ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਤੋ ਸਿੱਖਨ ਜੋ ਮੰਨੀ ਨਾ ਬਾਤ, ਹਮ ਤੇ ਤੁਰਕ ਕਬ ਮਾਰੇ ਜਾਤ। ਅਸੀਂ ਚਿੜੀਆਂ ਵੈਸਾਨੀ ਬਾਜ, ਹਮ ਛੇਲੇ ਵੈ ਵਿਗਿਆੜਨ ਸਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਕੇ ਮਾਲਕ, ਸਾਹਿਬੇ ਕਮਾਲ ਦਸਾਂ ਪਾਤਸ਼ਾਹੀਆਂ ਦੇ ਪਾਵਨਾਤਮਕ ਸਰੂਪ, ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਪਾਸ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਸਿੱਖ ਸੰਗਤਾਂ ਬੜਭਾਗੀ ਹੋ। ਲੜੀਵਾਰ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਸਤਿਗੁਰਾਂ ਦੇ ਪ੍ਰੇਮ ਅੰਦਰ ਭਿੱਜ ਬੈਠੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪਾਂ ਸਰਵਣ ਕੀਤਾ ਸੀ ਭਾਈ ਰਤਨ ਸਿੰਘ ਜੀ ਭੰਗੂ, ਉਹਨਾਂ ਨੂੰ ਕੈਪਟਨ ਮਰੀ ਨੇ ਸਵਾਲ ਕੀਤਾ ਕਿ ਖਾਲਸੇ ਦੀ ਉਤਪਤੀ ਜਿਸ ਤਰ੍ਹਾਂ ਹੋਈ, ਜਿਸ ਤਰ੍ਹਾਂ ਖਾਲਸੇ ਦਾ ਸਮੇਂ ਦੇ ਬਾਦਸ਼ਾਹਾਂ ਨਾਲ ਵੈਰ ਵਧਿਆ, ਉਹ ਸਾਰੀ ਗਾਥਾ ਮੈਨੂੰ ਸੁਣਾਓ। ਕਿਉਂਕਿ ਸਮੇਂ ਦਾ ਬਾਦਸ਼ਾਹ ਰਾਜ ਕਰਦਾ ਹੈ, ਉਹਦੀ ਰਈਅਤ ਆਕੀ ਹੋ ਜਾਂਦੀ ਹੈ। ਕਿ ਸਮੇਂ ਦੇ ਬਾਦਸ਼ਾਹ ਨੂੰ ਪਤਾ ਨਹੀਂ ਲੱਗਦਾ ਕਿ ਉਹਦੇ ਕੋਲ ਫੌਜਾਂ ਨਹੀਂ ਸਨ, ਕਿ ਉਹਨਾਂ ਦੇ ਕੋਲ ਕੋਈ ਸਿਆਣਾ ਬੰਦਾ ਨਹੀਂ ਸੀ ਕਿ ਉਹਨਾਂ ਨੂੰ ਪਰਖ ਸਕੇ। ਭਾਈ ਰਤਨ ਸਿੰਘ ਜੀ ਕਹਿਣ ਲੱਗੇ ਕਿ ਗੁਰੂ ਕਾ ਜਿਹੜਾ ਖਾਲਸਾ ਹੈ, ਇਹ ਆਪਣੇ ਆਪ ਦੇ ਵਿੱਚ ਪਾਤਸ਼ਾਹ ਤੇ ਕਿਸੇ ਦੇ ਲੁਕਾਇਆ ਲੁਕਦਾ ਨਹੀਂ, ਤੇ ਖਾਲਸੇ ਦੀ ਉਤਪਤੀ ਜ਼ੁਲਮ ਦੀ ਜੜ ਪੱਟਣ ਵਾਸਤੇ ਗੁਰੂ ਸਾਹਿਬ ਨੇ ਕੀਤੀ ਹੈ। ਜਦੋਂ ਸਮੇਂ ਦੇ ਹੁਕਮਰਾਨ ਇਹ ਕਹਿਣ ਲੱਗ ਪਏ ਕਿ ਸਾਨੂੰ ਗੱਦੀ, ਸਾਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਨਹੀਂ ਦਿੱਤਾ, ਇਹ ਤਾਂ ਪੈਗੰਬਰ ਨੇ ਦਿੱਤਾ ਹੈ। ਜ਼ੁਲਮ ਕਰਨ ਲੱਗੇ ਤੇ ਉਹਨਾਂ ਦੀ ਜੜ ਪੱਟਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਹੈ ਕਿ ਪਹਾੜੀ ਜਿਹੜੇ ਰਾਜਪੂਤ ਰਾਜੇ ਨੇ, ਇਹਨਾਂ ਨੂੰ ਖੰਡਾ ਫੜਾ ਦਈਏ ਤੇ ਇਹਨਾਂ ਨੂੰ ਰਾਜ ਲੈ ਕੇ ਦਈਏ। ਫਿਰ ਸਤਿਗੁਰੂ ਸੋਚਣ ਲੱਗੇ ਵੀ ਜਿਹੜੀ ਮੁਫਤ ਦੀ ਨਿਆਮਤ ਹੈ ਉਹਨਾਂ ਨੂੰ ਕਿਉਂ ਦਿੱਤੀ ਜਾਏ। ਇਹ ਪਾਤਸ਼ਾਹੀ, ਇਹ ਰਾਜ ਭਾਗ ਜਿਹੜਾ ਗਰੀਬਾਂ ਨੂੰ ਦਿੱਤਾ ਜਾਣਾ ਚਾਹੀਦਾ। ਇਸ ਕਰਕੇ ਜਿਹੜੇ ਗਰੀਬ ਹਨ, ਜਦੋਂ ਉਹਨਾਂ ਨੂੰ ਰਾਜ ਦਿਆਂਗੇ, ਜਿਨ੍ਹਾਂ ਬਾਰੇ ਅੱਜ ਦੇ ਲੋਕ ਇਹ ਕਹਿੰਦੇ ਨੇ ਕਿ ਇਹ ਜੱਟ ਬੂਟ, ਇਹਨਾਂ ਨੂੰ ਕਿੱਥੇ ਰਾਜਨੀਤੀ ਦਾ ਪਤਾ ਹੈ, ਅਸੀਂ ਇਹਨਾਂ ਨੂੰ ਪਾਤਸ਼ਾਹੀ ਦਿਆਂਗੇ ਤੇ ਇਹ ਮੁਗਲਾਂ ਦਾ ਨਾਸ਼ ਕਰਨਗੇ। ਇਨ ਗਰੀਬ ਸਿੰਘਨ ਕੋ ਦਇਆ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਇਹ ਯਾਦ ਰੱਖਣਗੇ ਕਿ ਸਾਨੂੰ ਗੁਰਿਆਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਸੋ ਆਓ ਅਗਲੇ ਪ੍ਰਕਰਨ ਪ੍ਰੇਮ ਨਾਲ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਈ ਤੋ ਸਿੱਖਨ ਜੋ ਮੰਨੀ ਨਾ ਬਾਤ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ, ਭਾਈ ਉਠੋ, ਸ਼ਸਤਰ ਪਕੜੋ ਤੇ ਮੁਗਲਾਂ ਦਾ ਸੰਘਾਰ ਕਰੋ, ਮੁਗਲਾਂ ਦਾ ਨਾਸ਼ ਕਰੋ। ਅਸੀਂ ਤੁਹਾਨੂੰ ਪਾਤਸ਼ਾਹੀ ਬਾਦਸ਼ਾਹੀ ਦੇਣਾ ਚਾਹੁੰਦੇ ਹਾਂ। ਇਹ ਬਚਨ ਸੁਣ ਕੇ ਜਿਹੜੇ ਸਿੰਘ ਸਨ ਉਹ ਕਹਿਣ ਲੱਗੇ, ਮਹਾਰਾਜ ਤੁਰਕਾਂ ਕੋਲ ਫੌਜ ਬੜੀ ਹੈ, ਉਹ ਆਪਣੀ ਜ਼ਮੀਨ ਥੋੜ੍ਹਾ ਛੱਡ ਦੇਣਗੇ ਤੇ ਨਾਲੇ ਸਾਡੇ ਪਾਸ ਇੰਨੀ ਤਾਕਤ ਸਮਰੱਥਾ ਨਹੀਂ ਕਿ ਅਸੀਂ ਤੁਰਕਾਂ ਨਾਲ ਲੜ ਸਕੀਏ। ਇਸ ਤਰ੍ਹਾਂ ਗੁਰੂ ਸਾਹਿਬ ਦੇ ਕਹੇ ਹੋਏ ਬਚਨ ਸਿੱਖਾਂ ਨੇ ਮੰਨੇ ਨਹੀਂ ਹਨ। ਹਮ ਤੇ ਤੁਰਕ
ਕਉ ਮਾਰੇ ਜਾਤ। ਕਹਿਣ ਲੱਗੇ ਕਿ ਸਾਡੇ ਕੋਲੋਂ ਤੁਰਕ ਕਿਵੇਂ ਮਾਰੇ ਜਾ ਸਕਦੇ ਨੇ, ਅਸੀਂ ਤੁਰਕਾਂ ਦਾ ਸੰਘਾਰ ਕਿਵੇਂ ਕਰ ਸਕਦੇ ਹਾਂ। ਅਸੀਂ ਚਿੜੀਆਂ ਵੈ ਸਾਨੀ ਬਾਜ। ਮਹਾਰਾਜ ਅਸੀਂ ਸਿੱਖ ਤਾਂ ਚਿੜੀਆਂ ਵਾਂਗੂ ਆ, ਅਸੀਂ ਤਾਂ ਆਪ ਕੰਮਕਾਰ ਕਰਨ ਵਾਲੇ ਮਾਤੜ ਬੰਦੇ ਤੇ ਸਮੇਂ ਦੀ ਸਰਕਾਰ ਦੇ ਨਾਲ ਕਿਵੇਂ ਮੱਥਾ ਲਾ ਸਕਦੇ ਹਾਂ। ਉਹ ਬਾਜ ਵਾਂਗੂ ਨੇ, ਉਹਨਾਂ ਦੀ ਤਾਕਤ ਬਾਜ ਦੇ ਵਾਂਗੂ ਹੈ ਤੇ ਸਾਡੀ ਤਾਕਤ ਚਿੜੀਆਂ ਦੇ ਵਾਂਗੂ ਹੈ, ਤੇ ਚਿੜੀ ਬਾਜ ਨਾਲ ਨਹੀਂ ਲੜ ਸਕਦੀ। ਹਮ ਛੇਲੇ ਵੈ ਬਘਿਆੜਨ ਸਾਜ। ਅਸੀਂ ਛੇਲਿਆਂ ਵਾਂਗੂ ਆ ਤੇ ਉਹਨਾਂ ਦਾ ਸਾਜ ਬਘਿਆੜਾ ਵਾਂਗੂ ਹੈ, ਉਹ ਤਾਕਤਵਾਰ ਹਨ। ਤੁਮ ਮਿਰਗਨ ਤੇ ਕਿਮ ਸ਼ੇਰ ਮਰਵਾਵੋ। ਸਤਿਗੁਰ ਜੀ ਤੁਸੀਂ ਹਰਨਾਂ ਦੇ ਕੋਲੋਂ ਕਿਵੇਂ ਸ਼ੇਰ ਮਰਾਣਾ ਚਾਹੁੰਦੇ ਹੋ? ਹਰਨ ਥੋੜਾ ਸ਼ੇਰ ਦਾ ਸ਼ਿਕਾਰ ਕਰ ਸਕਦਾ ਹੈ। ਜੇ ਕਿਤੇ ਸ਼ੇਰ ਨੂੰ ਹਰਨ ਦਿਸ ਪਿਆ ਉਹ ਤਾਂ ਖਿਲਾਰ ਦੇਗਾ ਗਰੀਬ ਨੂੰ, ਤੇ ਸਾਡਾ ਹਾਲ ਜਿਹੜਾ ਹਰਨ ਦੇ ਵਾਂਗੂ ਮ੍ਰਿਗ ਦੇ ਵਾਂਗੂ ਹੈ, ਅਸੀਂ ਸ਼ੇਰ ਨਹੀਂ ਮਾਰ ਸਕਦੇ। ਕੋ ਪਾਣੀ ਮਗਰੀ ਪਰ ਚੜਾਵੋ। ਸਤਿਗੁਰੂ ਇਹ ਗੱਲ ਤਾਂ ਇਦਾਂ ਹੋ ਗਈ ਵੀ ਜਿਹੜਾ ਲੋਤੀ ਦਾ ਪਾਣੀ ਹੈ ਨਾ ਉਹ ਪਿੱਛੇ ਚੜਾਉਣਾ। ਇਹਦਾ ਮਤਲਬ ਲੋਤੀ ਦਾ ਪਾਣੀ ਦਾ ਭਾਵ ਇਹ ਹੈ ਕਿ ਪਹਾੜਾਂ ਵਿੱਚੋਂ ਇੱਕ ਛੋਟੀ ਨਦੀ ਉਤਰਦੀ ਹੈ ਹੇਠਾਂ ਨੂੰ, ਤੇ ਕੋਈ ਆਖੇ ਵੀ ਉਹ ਪਹਾੜ ਦੀ ਛੋਟੀ ਜੀ ਨਦੀ ਦਾ ਪਾਣੀ ਅਸੀਂ ਪਿਛਾਂਹ ਨੂੰ ਮੋੜ ਦਈਏ ਤੇ ਉਹ ਮੋੜਿਆ ਨਹੀਂ ਜਾ ਸਕਦਾ। ਤੇ ਸਤਿਗੁਰੂ ਸਾਡੇ ਨਾਲ ਕੁਝ ਐਸਾ ਹੋਣ ਲੱਗਾ ਹੈ, ਤੁਸੀਂ ਚਾਹੁੰਦੇ ਹੋ ਵੀ ਲੋਤੀ ਦਾ ਪਾਣੀ ਪਿਛਾਂ ਚੜਾ ਦਈਏ, ਭਾਵ ਕਿ ਅਸੀਂ ਗਰੀਬ ਸਿੱਖ ਮੁਗਲਾਂ ਦੇ ਨਾਲ ਜੰਗ ਕਰੀਏ ਤੇ ਉਹਨਾਂ ਦਾ ਰਾਜ ਖੋਹ ਲਈਏ। ਇਹ ਹੋ ਨਹੀਂ ਸਕਦਾ। ਆਦ ਸਿਪਾਹੀ ਮੁਗਲ ਪਠਾਨ। ਉਹ ਤਾਂ ਮੁੱਢ ਕਦੀਮੀ ਜਿਹੜੇ ਮੁਗਲ ਪਠਾਨ ਸਿਪਾਹੀ ਨੇ, ਉਹਨਾਂ ਨੂੰ ਇਹ ਜਿਹੜਾ ਵੀਰ ਰਸ ਸਿਪਾਹੀ ਪੁਣਾ ਇਹ ਉਹਨਾਂ ਨੂੰ ਬਚਪਨ ਤੋਂ ਆਦ ਵਿੱਚ ਖਾਨਦਾਨੀ ਪ੍ਰਾਪਤ ਹੋਇਆ ਹੈ। ਜੱਟ ਬੂਟ ਨਾਹੀ ਤਰਖਾਨ। ਅਸੀਂ ਜੱਟ ਬੂਟ, ਕੋਈ ਨਾਈ ਹੈ, ਕੋਈ ਤਰਖਾਨ ਹੈ, ਕੋਈ ਘੁਮਿਆਰ ਹੈ, ਤੇ ਇਸੇ ਪ੍ਰਕਾਰ ਕੋਈ ਮੰਗ ਕੇ ਮਹਾਰਾਜ ਛਕਣ ਵਾਲਾ ਹੈ। ਤੇ ਅਸੀਂ ਇੰਨੀ ਤਾਕਤ ਸਮਰੱਥਾ ਕਿੱਥੇ ਰੱਖਦੇ ਹਾਂ ਕਿ ਉਹਨਾਂ ਦਾ ਟਾਕਰਾ ਕਰ ਸਕੀਏ। ਸਭ ਜਾਤ ਕਮੀਨ। ਤੁਰਕਾਂ ਦੇ ਨਾਲ ਲੜਨ ਵਾਸਤੇ ਮਹਾਰਾਜ ਤੁਸੀਂ ਜਿਹੜੀ ਕਮੀਨ ਜਾਤ ਹੈ ਨਾ ਉਹ ਤੁਸੀਂ ਲੱਭੀ ਹੈ, ਭਾਵ ਛੋਟੇ ਲੋਕ ਜਿਨ੍ਹਾਂ ਨੂੰ ਲੋਕ ਛੋਟਾ ਕਹਿੰਦੇ ਨੇ, ਤੁਸੀਂ ਉਹ ਲੱਭੇ ਹਨ। ਸਭ ਸ਼ਸਤਰਹੀਨ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸ਼ਸਤਰਾਂ ਤੋਂ ਹੀਣੇ ਆ, ਸਾਡੇ ਕੋਲ ਸ਼ਸਤਰ ਕੋਈ ਨਹੀਂ ਤੇ ਲੜਨ ਦੀ ਤਾਕਤ ਵੀ ਕੋਈ ਨਹੀਂ। ਰਾਜਪੂਤ ਹੈ ਰਾਜੇ। ਸਤਿਗੁਰੂ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਵੀ ਤੁਸੀਂ ਜਾ ਕੇ ਨਾ ਜਿਹੜੇ ਰਾਜਪੂਤ ਰਾਜੇ ਨੇ ਉਹਨਾਂ ਨੂੰ ਲਲਕਾਰੋ, ਉਹਨਾਂ ਨੂੰ ਆਖੋ ਕਿ ਉਹ ਤੁਹਾਡਾ ਹੁਕਮ ਮੰਨ ਕੇ ਤੁਰਕਾਂ ਦੇ ਨਾਲ ਜੰਗ ਕਰਨ। ਰਾਜਪੂਤ ਰਾਜੇ ਤਾਂ ਪਹਿਲਾਂ ਹੀ ਤਾਕਤਵਾਰ ਨੇ, ਉਹਨਾਂ ਕੋਲ ਆਪਣਾ ਰਾਜ ਭਾਗ ਵੀ ਹੈ, ਕਿਉਂਕਿ ਪਹਾੜਾਂ ਦੀਆਂ ਦੂਣਾਂ ਦੇ ਵਿੱਚ ਉਹ ਰਾਜ ਕਰਦੇ ਨੇ, 22 ਧਾਰ ਦੇ ਉਹ ਰਾਜੇ ਨੇ। ਤੇ ਜੇ ਤੁਸੀਂ ਉਹਨਾਂ ਨੂੰ ਆਖੋਗੇ ਖੰਡਾ ਫੜਾ ਦਿਓਗੇ ਤੇ ਉਹ ਤੁਹਾਡਾ ਕੰਮ ਜਿਹੜਾ ਹੈ ਜ਼ਰੂਰ ਸਵਾਰ ਦੇਣਗੇ। ਤੋ ਸ੍ਰੀ ਸਤਿਗੁਰ ਸੋਚਿਓ ਕਹਿਆ ਯਹ ਸਿੱਖਨ ਕੀਨ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਨ ਵਿੱਚ ਵਿਚਾਰ ਕਰਨ ਲੱਗੇ ਵੀ ਆਹ ਸਿੱਖਾਂ ਨੇ ਕੀ ਸੋਚ ਲਿਆ ਹੈ। ਹਮ ਚਹਿ ਦੇ ਪਾਤਸ਼ਾਹੀ ਸਿੱਖਨ ਉਹਨੇ ਨਾਹੇ ਕੀਨ। ਅਸੀਂ ਇਹਨਾਂ ਨੂੰ ਪਾਤਸ਼ਾਹੀ ਦੇਣਾ ਚਾਹੁੰਦੇ ਆ, ਇਹ ਨਾ ਕਰੀ ਜਾਂਦੇ ਨੇ। ਅਸੀਂ ਕਹਿੰਦੇ ਆ ਵੀ ਤੁਹਾਨੂੰ ਪਾਤਸ਼ਾਹ ਬਣਾ ਦਈਏ, ਹਿੰਦੁਸਤਾਨ ਦਾ ਰਾਜ ਭਾਗ ਤੁਹਾਨੂੰ ਦੇ ਦਈਏ, ਤੇ ਤੁਸੀਂ ਨਾ ਕਰਦੇ ਹੋ, ਮਨਾ ਕਰਨ ਲੱਗ ਪਏ ਹੋ। ਗੁਰੂ ਸ਼੍ਰੀ ਜਾਣੀ ਜਾਣ। ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਾਣੀ ਜਾਣ ਸਨ, ਸਿੰਘਾਂ ਦੇ ਅੰਦਰ ਦੀ ਭਾਵਨਾ ਨੂੰ ਸਮਝ ਗਏ ਹਨ। ਗੁਰੂ ਲਈ ਪਛਾਣ। ਸਤਿਗੁਰਾਂ ਨੇ ਸਿੰਘਾਂ ਦੇ ਅੰਦਰ ਦੀ ਸਾਰੀ ਵਿਧ ਨੂੰ ਜਾਣ ਲਿਆ ਹੈ। ਸਤਿਗੁਰੂ ਵਿਚਾਰਨ ਲੱਗੇ ਵੀ ਇਹਨਾਂ ਨੇ ਨਾ ਚਰਨ ਪਾਹੁਲ ਪ੍ਰਾਪਤ ਕੀਤੀ ਹੈ, ਇਹ ਸ਼ਾਂਤ ਸਰੂਪ ਨੇ। ਚਰਨ ਧੋਏ ਰਹਿਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਭਾਈ ਗੁਰਦਾਸ ਜੀ ਲਿਖਦੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਮਰਿਆਦਾ ਗੁਰੂ ਘਰ ਵਿੱਚ ਚੱਲੀ ਆਉਂਦੀ ਸੀ ਕਿ ਜਦੋਂ ਵੀ ਕੋਈ ਸਿੱਖ ਆਉਂਦਾ ਸੀ ਮਹਾਰਾਜ ਦੇ ਕੋਲ ਤੇ ਹਜ਼ੂਰ ਆਪਣੇ ਪਾਵਨ ਪਵਿੱਤਰ ਚਰਨ ਕਮਲ ਧੋ ਕਰਕੇ ਤੇ ਜਿਹੜਾ ਉਹ ਅੰਮ੍ਰਿਤ ਸੀ ਉਹਨਾਂ ਨੂੰ ਛਕਾਉਂਦੇ ਸਨ। ਚਰਨ ਧੋਏ ਰਹਿਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ।
ਮਹਾਰਾਜ ਨੇ ਆਪਣਾ ਚਰਨ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ। ਇਹ ਵਿਧੀ ਵਿਧਾਨ ਸੀ ਉਦੋਂ ਸਿੱਖ ਬਣਾਉਣ ਦਾ। ਤੇ ਬਾਅਦ ਵਿੱਚ ਇਹ ਵਿਧੀ ਵਿਧਾਨ ਇਸ ਤਰ੍ਹਾਂ ਹੋ ਗਿਆ ਕਿ ਚਰਨ ਦਾ ਜਿਹੜਾ ਅੰਗੂਠਾ ਸੀ ਉਹਨੂੰ ਧੋ ਕੇ ਤੇ ਉਹ ਚਰਨਾਮ੍ਰਿਤ ਸਿੱਖਾਂ ਨੂੰ ਪਿਲਾਉਂਦੇ ਸਨ। ਤੇ ਸਤਿਗੁਰੂ ਜੀ ਸੋਚਣ ਲੱਗੇ ਵੀ ਇਸ ਕਰਕੇ ਸਿੱਖ ਨਾ ਸ਼ਾਂਤ ਸਰੂਪ ਨੇ, ਕਿਉਂਕਿ ਇਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾ ਕਮਲਾਂ ਦੀ ਜਿਹੜੀ ਚਰਨਾਮ੍ਰਿਤ ਪਾਹੁਲ ਹੈ ਉਹ ਪ੍ਰਾਪਤ ਕੀਤੀ ਹੈ। ਇਹਨਾਂ ਦੇ ਵਿੱਚ ਉਪਮਾ ਤੋਂ ਰਹਿਤ ਜਿਹੜਾ ਤੇਜ ਪ੍ਰਤਾਪ ਹੈ ਨਾ ਉਹ ਹੈ ਨਹੀਂ, ਸ਼ਾਂਤੀ ਸਰੂਪ ਨੇ। ਤੇ ਤੁਰਕਾਂ ਨਾਲ ਲੜਨ ਵਾਸਤੇ ਮੈਨੂੰ ਤੇਜ ਧਾਰੀ ਸਿੱਖ ਚਾਹੀਦੇ ਨੇ ਜਿਹੜਾ ਉਹਨਾਂ ਦਾ ਮੁਕਾਬਲਾ ਕਰ ਸਕਣ। ਸੇਜੀ ਟੋਪੀ ਸਿਰ ਧਰੈ ਦਾਸੈ ਨਾਮ ਕਹਾਏ। ਇਸ ਤਰ੍ਹਾਂ ਕੁਝ ਸਿੱਖ ਸੇਲੀ ਤੇ ਟੋਪੀ ਆਦਿਕ ਜਿਹੜੀ ਆ ਉਹ ਧਾਰਨ ਕਰਦੇ ਨੇ ਤੇ ਆਪਣੇ ਆਪ ਨੂੰ ਦਾਸ ਕਹਾਉਂਦੇ ਨੇ ਵੀ ਅਸੀਂ ਸੇਵਕ ਆ, ਅਸੀਂ ਦਾਸ ਹਾਂ। ਤੇ ਦਇਆ ਮਦ ਰੂਪ ਬਹੁ ਇਮਨੈ ਸ਼ਸਤਰ ਫੜਾਏ। ਅਸਲ ਕਾਰਨ ਇਹ ਹੈ ਵੀ ਇਹਨਾਂ ਵਿੱਚ ਦਇਆ ਬਹੁਤ ਜ਼ਿਆਦੀ ਹੈ। ਇਹ ਦਇਆ ਦੇ ਧਾਰਨੀ ਨੇ, ਇਸ ਤਰ੍ਹਾਂ ਨਹੀਂ ਇਹਨਾਂ ਨੂੰ ਸ਼ਸਤਰ ਫੜਾਇਆ ਜਾ ਸਕਦਾ। ਇਸ ਤਰ੍ਹਾਂ ਇਹ ਤੁਰਕਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ। ਹੁਣ ਸਮਾਂ ਆ ਗਿਆ ਕਿ ਸਿੱਖਾਂ ਦਾ ਜਿਹੜਾ ਸਰੂਪ ਹੈ ਉਹਨੂੰ ਪਲਟਾ ਦਿੱਤਾ ਜਾਏ, ਬਦਲ ਦਿੱਤਾ ਜਾਏ। ਇਹੋ ਜਿਹਾ ਤੇਜ ਧਾਰੀ ਸਿੱਖ ਹੋਣਾ ਚਾਹੀਦਾ ਹੈ ਕਿ ਜਿਹਦਾ ਸਰੂਪ ਵੇਖ ਕੇ ਵੀ ਵੈਰੀ ਥਰ ਥਰ ਕੰਬਣ ਲੱਗ ਜਾਵੇ। ਇਸੇ ਪ੍ਰਕਾਰ ਇਹਨਾਂ ਦਾ ਜਿਹੜਾ ਨਾਮ ਹੈ ਉਹ ਤੇਜ ਪ੍ਰਤਾਪ ਵਾਲਾ ਨਾਮ ਹੋਣਾ ਚਾਹੀਦਾ। ਇਹੋ ਜਿਹੇ ਨਾਮ ਗੁਰੂ ਸਾਹਿਬ ਆਪਣੇ ਖਾਲਸੇ ਨੂੰ ਬਖਸ਼ਣਾ ਚਾਹੁੰਦੇ ਹਨ। ਇਹਨਾਂ ਨੂੰ ਇੱਕ ਮਹਾ ਪ੍ਰਤਾਪ ਧਾਰੀ ਕਲਾ ਧਾਰੀ ਚਰਨ ਜਿਹੜੀ ਪਾਹੁਲ ਹੈ ਉਹ ਤਿਆਰ ਕਰਕੇ ਛਕਾਈ ਜਾਏ ਤਾਂ ਕਿ ਇਹਨਾਂ ਦੇ ਅੰਦਰ ਤੇਜ ਪ੍ਰਤਾਪ, ਇਹਨਾਂ ਅੰਦਰ ਕਲਾ ਵੱਧ ਜਾਵੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਆਪਣੇ ਚਿੱਤ ਦੇ ਅੰਦਰ ਧਾਰਨ ਕਰ ਲਈ ਹੈ। ਵਿਚਾਰ ਕਰਕੇ ਕਲਗੀਧਰ ਜੀ ਨੇ ਉਦਮ ਕੀਤਾ ਹੈ ਕਿ ਖਾਲਸਾ ਪੰਥ ਸਜਾ ਦਿੱਤਾ ਜਾਵੇ। ਸਾਧ ਸੰਗਤ ਜੀ, ਸਤਿਗੁਰੂ ਚਾਹੁੰਦੇ ਨੇ ਕਿ ਮੇਰੇ ਸਿੰਘ ਛਤਰੀ ਰੂਪ ਵਿੱਚ, ਯੋਧਿਆਂ ਦੇ ਰੂਪ ਵਿੱਚ ਹੋਣ ਤੇ ਵੇਖਣ ਵਿੱਚ ਸੋਹਣੇ ਸੁੰਦਰ ਲੱਗਣ। ਇਹਨਾਂ ਦੇ ਸੀਸ ਦੇ ਉੱਪਰ ਕੇਸ ਹੋਵਣ ਤੇ ਕੇਸਾਂ ਦੇ ਉੱਪਰ ਦਸਤਾਰ ਦਮਾਲੇ ਆਦਿਕ ਬੰਨੇ ਹੋਵਣ ਤੇ ਵੇਖਣ ਵਿੱਚ ਇਉਂ ਲੱਗਣ ਜਿਵੇਂ ਬਾਦਸ਼ਾਹ ਹੋਵਣ। ਇਸ ਤੋਂ ਪਹਿਲਾਂ ਵੀ ਕੁਝ ਜਿਹੜੇ ਰਾਜਪੂਤ ਰਾਜੇ ਸਨ ਉਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਲੱਗਦਾ ਸੀ, ਜਿਵੇਂ ਰਾਜਾ ਮਾਨ ਸਿੰਘ, ਰਾਜਾ ਜੈ ਸਿੰਘ। ਇਹ ਗੁਰੂ ਘਰ ਦੇ ਸ਼ਰਧਾਲੂ ਵੀ ਰਹੇ ਨਾ, ਰਾਜਾ ਜੈ ਸਿੰਘ ਵਰਗੇ। ਸੋ ਇਸ ਪ੍ਰਕਾਰ ਉਹਨਾਂ ਦੇ ਨਾਮਾਂ ਦੇ ਨਾਲ ਵੀ ਸਿੰਘ ਸ਼ਬਦ ਲੱਗਦਾ ਸੀ। ਤੇ ਸਤਿਗੁਰੂ ਚਾਹੁੰਦੇ ਨੇ ਕਿ ਮੇਰੇ ਜਿਹੜੇ ਸਿੱਖ ਹੋਵਣ ਹਰ ਕਿਸੇ ਦੇ ਨਾਮ ਦੇ ਨਾਲ ਸਿੰਘ ਸ਼ਬਦ ਜ਼ਰੂਰ ਲੱਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਾਣਿਆ ਵੀ ਇਹੀ ਭਲਾ ਹੈ ਮੇਰੇ ਸਿੱਖਾਂ ਵਾਸਤੇ। ਇੱਕ ਨਾਮ ਉਹ ਹੈ ਜਿਹੜਾ ਨਾਮ ਸਾਨੂੰ ਮਾਤਾ ਪਿਤਾ ਦਿੰਦੇ ਨੇ, ਇੱਕ ਉਹ ਨਾਮ ਹੈ ਜਿਹੜਾ ਗੁੜਤੀ ਵਿੱਚ ਮਿਲਦਾ ਹੈ। ਸਿੰਘ ਨਾਮ ਤੇ ਕੌਰ ਸ਼ਬਦ ਜਿਹੜਾ ਹੈ ਇਹ ਖਾਲਸੇ ਨੂੰ ਗੁੜਤੀ ਵਿੱਚ ਪ੍ਰਾਪਤ ਹੁੰਦਾ ਹੈ। ਅੰਮ੍ਰਿਤਪਾਨ ਕਰਦੇ ਨੇ ਛੋਟੇ ਬੱਚੇ, ਜਦੋਂ ਬੱਚਾ ਜਨਮ ਲੈਂਦਾ, ਜਿਵੇਂ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਜਿਹੜਾ ਅੰਮ੍ਰਿਤ ਸੰਸਕਾਰ ਮਰਿਆਦਾ ਹੈ, ਅੰਮ੍ਰਿਤ ਸੰਸਕਾਰ ਭਾਵ ਜਦੋਂ ਬੱਚਾ ਜੰਮਦਾ ਉਹਨੂੰ ਅੰਮ੍ਰਿਤ ਸੰਚਾਰ ਕਰਨਾ, ਉਹਨੂੰ ਗੁੜਤੀ ਦੇਣੀ ਅੰਮ੍ਰਿਤ ਦੀ। ਫਿਰ ਹੁਕਮਨਾਮਾ ਲੈ ਕੇ ਮਹਾਰਾਜ ਕੋਲ ਅਰਦਾਸ ਕਰਕੇ ਤੇ ਜਿਹੜਾ ਪਹਿਲਾ ਅੱਖਰ ਉਹਦੇ ਤੇ ਬੱਚੇ ਦਾ ਨਾਮ ਰੱਖਣਾ, ਬਾਣੀ ਦੇ ਅਨੁਸਾਰ ਕਿ ਨਾਮ ਦਾ ਕੋਈ ਮਤਲਬ, ਕੋਈ ਭਾਵ ਹੋਵੇ ਤੇ ਨਾਲ ਸਿੰਘ ਸ਼ਬਦ ਲਾਉਣਾ। ਇਹ ਸ਼ਬਦ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਸਿੱਖ ਨੂੰ ਪ੍ਰਾਪਤ ਹੁੰਦਾ। ਨਾ ਤਾਂ ਦੋਨੇ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੇ, ਇੱਕ ਨਾਮ ਅਸੀਂ ਆਪਣੀ ਮਰਜ਼ੀ ਨਾਲ ਰੱਖ ਲੈਨੇ ਆ ਤੇ ਦੂਜਾ ਸਿੰਘ ਸ਼ਬਦ ਜਾਂ ਕੌਰ ਸ਼ਬਦ ਇਹ ਗੁਰੂ ਦੀ ਮਰਜ਼ੀ ਹੈ। ਤੇ ਪਰ ਅੱਜ ਦਾ ਸਮਾਂ ਖੈਰ ਥੋੜਾ ਬਦਲ ਗਿਆ ਵੀ ਅਸੀਂ ਜਦੋਂ ਨਾਮ ਰੱਖਦੇ ਹਾਂ ਤੇ ਸੋਚਦੇ ਨੇ ਵੀ ਬੱਚੇ ਦਾ ਨਾਮ ਰੱਖਣਾ ਕੀ ਹੈ। ਇਹੋ ਜਿਹੇ ਨਾਮ ਵੀ ਲੋਕ ਰੱਖਦੇ ਵੇਖੇ ਵੀ ਜਿਨ੍ਹਾਂ ਦਾ ਮਤਲਬ ਹੀ ਕੋਈ ਨਹੀਂ ਨਿਕਲਦਾ। ਤੇ ਸਾਧ ਸੰਗਤ, ਬੱਚੇ ਦਾ ਨਾਂ ਉਹ ਹੋਵੇ ਜਿਸ ਨਾਮ ਦੇ ਵਿੱਚੋਂ ਕੋਈ ਮਤਲਬ ਨਿਕਲਦਾ ਹੋਵੇ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਹੀ ਭਲੀ ਗੱਲ ਹੈ ਕਿ ਇਹਨਾਂ ਨੂੰ ਸਿੰਘ ਸ਼ਬਦ, ਕੌਰ ਸ਼ਬਦ ਦਿੱਤਾ ਜਾਏ ਤਾਂ ਕਿ ਇਹਨਾਂ ਦਾ ਤੇਜ ਪ੍ਰਤਾਪ ਵੱਧ ਜਾਏ।
ਮਦ ਠੱਠੀ। ਇਸ ਪ੍ਰਕਾਰ ਖੰਡੇ ਦੀ ਪਾਲ ਛਕਾਉਣ ਦੀ ਜਿਹੜੀ ਵਿਚਾਰ ਹੈ ਸਤਿਗੁਰਾਂ ਨੇ ਚਿੱਤ ਵਿੱਚ ਧਾਰਨ ਕਰ ਲਈ ਹੈ। ਖਾਲਸਾ ਹਠੀ। ਸੋਚਦੇ ਨੇ ਕਿ ਇਸ ਤਰ੍ਹਾਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਮੇਰਾ ਖਾਲਸਾ ਹਠੀ ਹੋ ਜਾਵੇਗਾ। ਬੜੇ ਪਾਤਸ਼ਾਹੀ ਨਿਮ ਇਨ ਹੋਏ। ਇਸ ਪ੍ਰਕਾਰ ਕਹਿੰਦੇ ਹਨ ਕਿ ਦੂਸਰਿਆਂ ਦੀ ਪਾਤਸ਼ਾਹੀ ਖੋਣੀ, ਕਿਨਾਂ ਦੀ, ਜਿਹੜੇ ਜ਼ੁਲਮ ਕਰਦੇ ਨੇ, ਇਹ ਸਮੇਂ ਦੇ ਬਾਦਸ਼ਾਹਾਂ ਦੀ ਪਾਤਸ਼ਾਹੀ ਖੋ ਕੇ ਪਾਤਸ਼ਾਹੀ ਨੂੰ ਆਪਣੇ ਕੋਲ ਰੱਖਣਗੇ ਤੇ ਇਹਨਾਂ ਨੂੰ ਰਾਜ ਕਰਨ ਦੀ ਆਦਤ ਪੈ ਜਾਏਗੀ। ਇਸ ਤਰ੍ਹਾਂ ਦਾ ਮੈਂ ਹਠੀ ਖਾਲਸਾ ਪੈਦਾ ਕਰਾਂਗਾ। ਪਾਤਸ਼ਾਹੀ ਹੋਈ। ਇਸੇ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਹੰਨੇ ਹੰਨੇ ਪਾਤਸ਼ਾਹੀ ਹੋਵੇਗੀ। ਇਹਦਾ ਭਾਵ ਹੈ ਘੋੜੇ ਦੀ ਕਾਠੀ ਅੱਗੇ ਨਾ ਇੱਕ ਕੀਲਾ ਹੁੰਦਾ, ਕਿੱਲ ਜਿਹਾ ਹੁੰਦਾ ਹੈ, ਉਹਨੂੰ ਹੰਨਾ ਕਹਿੰਦੇ ਨੇ, ਜਿਹਦੇ ਵਿੱਚ ਲਗਾਮ ਅਟਕਾਈ ਜਾਂਦੀ ਹੈ। ਤੇ ਇਹਦਾ ਭਾਵ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਹਰ ਇੱਕ ਅਸਵਾਰ ਜਿਹੜਾ ਘੋੜੇ ਤੇ ਬੈਠਾ ਉਹ ਆਪਣੇ ਆਪ 'ਚ ਪਾਤਸ਼ਾਹੀ ਹੈ, ਉਹਨੂੰ ਪਾਤਸ਼ਾਹੀ ਲੈਣ ਦੀ ਲੋੜ ਨਹੀਂ। ਜਿੰਨੇ ਵੀ ਸਿੰਘ ਨੇ ਨਾ ਸੰਸਾਰ ਦੇ ਅੰਦਰ, ਸਾਰੇ ਸਿੰਘ ਜਿਹੜੇ ਨੇ ਉਹ ਆਪਣੇ ਆਪ ਵਿੱਚ ਪਾਤਸ਼ਾਹੀ ਨੇ। ਗੁਰੂ ਸਾਹਿਬ ਨੇ ਏਡੀ ਵੱਡੀ ਦਾਤ ਸਾਨੂੰ ਬਖਸ਼ਿਸ਼ ਕੀਤੀ, ਇਸ ਤਰ੍ਹਾਂ ਇਹਨਾਂ ਦੀ ਹੰਨੇ ਹੰਨੇ ਪਾਤਸ਼ਾਹੀ ਹੋਵੇਗੀ। ਵਾਂਗ ਲੋਹੇ ਕਰੇ। ਸਤਿਗੁਰੂ ਕਹਿੰਦੇ ਇਹਨਾਂ ਨੂੰ ਲੋਹੇ ਵਾਂਗੂ ਬਣਾ ਦੇਣਾ। ਪਹਿਲਾਂ ਵੇਖੋ ਲੋਹਾ ਜਿਹੜਾ ਉਹਨੂੰ ਪਿਘਲਾਇਆ ਜਾਂਦਾ ਅੱਗ ਵਿੱਚ ਪਾ ਕੇ, ਫਿਰ ਉਹਨੂੰ ਕੁੱਟਿਆ ਜਾਂਦਾ ਹੈ, ਕੁੱਟ ਕੇ ਫਿਰ ਉਹ ਸ਼ਸਤਰ ਬਣਦਾ ਤੇ ਉਹੀ ਸ਼ਸਤਰ ਕੱਟਣ ਵੱਢਣ ਦੇ ਕੰਮ ਆਉਂਦਾ। ਪਹਿਲਾਂ ਇੰਨਾ ਕੁਝ ਸਹਿੰਦਾ ਹੈ, ਫਿਰ ਮੁੜ ਕੇ ਆਪ ਵੱਢਣ ਦੇ ਕੰਮ ਆਉਂਦਾ ਹੈ। ਤੇ ਮੇਰਾ ਖਾਲਸਾ ਜਿਹੜਾ ਲੋਹੇ ਦੇ ਵਾਂਗੂ ਕਰਾਰਾ ਹੋਵੇਗਾ, ਜਿਹੜਾ ਦੁਸ਼ਟਾਂ ਦਾ ਘਾਤ ਕਰੇਗਾ। ਖੰਡੇ ਪਾਹੁਲ ਪੀ ਖੰਡਿਓ ਨਾ ਡਰੇ। ਜਦੋਂ ਖੰਡੇ ਦੀ ਪੌਲ ਪ੍ਰਾਪਤ ਕਰ ਲੈਣਗੇ, ਟੁਕੜੇ ਟੁਕੜੇ ਹੋ ਜਾਣਗੇ ਪਰ ਪਿੱਛੇ ਨਹੀਂ ਹਟਣਗੇ। ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ। ਬਾਬਾ ਦੀਪ ਸਿੰਘ ਜੀ ਸੀਸ ਧੜ ਦੇ ਨਾਲੋਂ ਜੁਦਾ ਹੋ ਗਿਆ, ਫਿਰ ਵੀ ਮੈਦਾਨੇ ਜੰਗ ਵਿੱਚੋਂ ਪਿੱਛੇ ਨਹੀਂ ਹਟੇ। ਤੇ ਇੱਕ ਬਚਨ ਪੜ੍ਹਨ ਨੂੰ ਪ੍ਰਾਪਤ ਹੋਇਆ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਛਾਤੀ ਦੇ ਵਿੱਚ, ਸਰੀਰ ਵਿੱਚ ਉਹਨਾਂ ਦੇ 392 ਤੀਰ ਵੱਜੇ। ਜਦੋਂ ਉਹਨਾਂ ਦੀ ਸ਼ਹਾਦਤ ਹੋਈ, ਮੁਗਲਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਦਾ ਪੁੱਤਰ ਆ ਗਿਆ ਤੇ ਟੁੱਟ ਕੇ ਪੈ ਗਏ ਸਾਹਿਬਜ਼ਾਦੇ ਉੱਪਰ ਤੇ ਤੀਰਾਂ ਦੀ ਵਿਛਾੜ ਕਰ ਦਿੱਤੀ। 392 ਕਹਿਣੇ ਸੌਖੇ ਨੇ, ਇਹ ਹੁੰਦਾ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੈ ਖੇਤ। ਤੇ ਸਤਿਗੁਰੂ ਕਹਿੰਦੇ ਖੰਡੇ ਦੀ ਪੌਲ ਛਕ ਕੇ ਨਾ ਏਡੇ ਬਲਵਾਨ ਹੋ ਜਾਣਗੇ ਕਿ ਟੁਕੜੇ ਟੁਕੜੇ ਹੋ ਜਾਣਗੇ ਤੇ ਮੈਦਾਨੇ ਜੰਗ ਵਿੱਚੋਂ ਪਿੱਛੇ ਨਹੀਂ ਹਟਣਗੇ। ਦੋਹਰਾ ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਸਤਿਗੁਰੂ ਕਹਿੰਦੇ ਮੇਰਾ ਖਾਲਸਾ ਖੁਦ ਖੁਦਾ ਹੋਵੇਗਾ, ਜਿਮ ਖੂਬੀ ਖੂਬ ਖੁਦਾਏ, ਜਿਵੇਂ ਚੰਗੀਆਂ ਖੂਬੀਆਂ। ਵੈਸੇ ਪਰਮਾਤਮਾ ਹੈ ਨਾ ਸਰਬ ਗੁਣ ਸੰਪੰਨ ਹੈ, ਉਹਦੇ ਵਿੱਚ ਸਾਰੀਆਂ ਖੂਬੀਆਂ ਨੇ ਪਰਮਾਤਮਾ ਦੇ ਵਿੱਚ। ਜਿਸ ਤਰ੍ਹਾਂ ਪਰਮਾਤਮਾ ਦੇ ਵਿੱਚ ਸਾਰੇ ਗੁਣ ਹਨ, ਇਨ ਬਿਨ ਇਸੇ ਪ੍ਰਕਾਰ ਮੇਰਾ ਜਿਹੜਾ ਖਾਲਸਾ ਹੈ ਖੁਦ ਖੁਦਾ ਹੋਵੇਗਾ, ਉਹ ਸਰਬ ਗੁਣ ਸੰਪੰਨ ਹੋਵੇਗਾ। ਖਾਲਸੇ ਦਾ ਆਖਰੀ ਅਰਥ ਕੀ ਹੈ? ਆਪਾਂ ਕਹਿੰਦੇ ਆ ਵੀ ਸ਼ੁੱਧ, ਪਰ ਖਾਲਸੇ ਦਾ ਇੱਕ ਆਖਰੀ ਅਰਥ ਭਾਈ ਕਾਨ੍ਹ ਸਿੰਘ ਨਾਭਾ ਕਰਦੇ ਕਿ ਉਹ ਜ਼ਮੀਨ, ਜਿਸ ਜ਼ਮੀਨ ਦੇ ਉੱਪਰ ਸਮੇਂ ਦੇ ਪਾਤਸ਼ਾਹ ਦਾ, ਬਾਦਸ਼ਾਹ ਦਾ ਸਿੱਧਾ ਹੱਕ ਹੋਵੇ, ਉਹਦੀ ਆਪਣੀ ਜ਼ਮੀਨ ਹੋਵੇ, ਉਹਨੂੰ ਖਾਲਸਾ ਕਹਿੰਦੇ ਨੇ। ਇਹ ਨੇ ਖਾਲਸੇ ਦੇ ਅਰਥ। ਤੇ ਖਾਲਸੇ ਉੱਪਰ ਹੱਕ ਅਕਾਲ ਪੁਰਖ ਦਾ ਹੈ ਤੇ ਅਕਾਲ ਪੁਰਖ ਨਾਲ ਪ੍ਰੇਮ ਕਰਨ ਵਾਲਾ ਗੁਰੂ ਕਾ ਖਾਲਸਾ ਹੈ। ਆਪਣੇ ਆਪ ਵਿੱਚ ਉਹ ਪਾਤਸ਼ਾਹ, ਹੋਰ ਕਿਸੇ ਦੀ ਉਹ ਗੱਲ ਨਹੀਂ ਮੰਨਦਾ। ਇਸ ਕਰਕੇ ਖਾਲਸੋ ਹੋਵੇ ਖੁਦ ਖੁਦਾ, ਖਾਲਸਾ ਆਪਣੇ ਆਪ ਵਿੱਚ ਖੁਦਾ ਹੋਵੇਗਾ। ਕਹਿੰਦੇ ਜਿਵੇਂ ਖੂਬੀ ਖੂਬ ਖੁਦਾਏ, ਜਿਵੇਂ ਖੁਦਾ ਦੇ ਵਿੱਚ ਖੂਬੀਆਂ ਹੁੰਦੀਆਂ ਨੇ, ਗੁਣ ਹੁੰਦੇ ਨੇ, ਮੇਰਾ ਖਾਲਸਾ ਵੀ ਖੁਦਾ ਵਾਂਗੂ ਸਰਬ ਗੁਣ ਸੰਪੰਨ ਹੋਵੇਗਾ। ਇੱਕ ਸੱਚੇ ਬਿਨ ਪਾਤਸ਼ਾਹੇ, ਇੱਕ ਸੱਚੇ ਪਾਤਸ਼ਾਹ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਉਹ ਕਿਸੇ ਦੀ ਵੀ ਆਨ ਨਹੀਂ ਮੰਨੇਗਾ। ਭਾਵੇਂ ਕੁਝ ਵੀ ਹੋ ਜਾਏ, ਉਹਦਾ ਮਾਲਕ ਇੱਕੋ ਹੀ ਰਹੇਗਾ। ਤੇ ਤਾਂ ਹੀ ਗੁਰੂ ਦਾ ਖਾਲਸਾ ਕਿਸੇ ਦੀ ਪਰਵਾਹ ਨਹੀਂ ਕਰਦਾ। ਖਾਲਸਾ ਜੀ, ਇੱਕ ਅੰਗਰੇਜ਼, ਉਹਨੇ ਇੱਕ ਨਿਹੰਗ ਸਿੰਘ ਵੇਖਿਆ ਸ਼ਸਤਰ ਬਸਤਰ ਧਾਰਨ ਕੀਤੇ ਹੋਏ। ਤੁਹਾਨੂੰ ਪਤਾ ਵੀ ਨਿਹੰਗ ਸਿੰਘ ਕਿੰਨੇ ਸ਼ਸਤਰ ਰੱਖਦੇ ਨੇ। ਸਾਡੇ ਕੋਲ ਤਾਂ ਖੈਰ ਹੁਣ 9 ਤੋਂ 6 ਆ ਗਈਆਂ ਇੰਚੀ, ਛੋਟੀਆਂ ਛੋਟੀਆਂ ਕਿਰਪਾਨਾਂ ਅੰਗਰੇਜ਼ਾਂ ਨੇ ਪਵਾ ਦਿੱਤੀਆਂ। ਪਹਿਲਾਂ ਵੱਡੇ ਸ਼ਸਤਰ ਗੁਰੂ ਕੇ ਸਿੰਘ ਰੱਖਦੇ ਸਨ। ਸਾਨੂੰ ਇਸ ਤਰ੍ਹਾਂ ਹੀ ਜਿਉਣ ਦੀ ਆਦਤ ਪੈ ਗਈ ਹੁਣ।
ਪਹਿਲਾਂ ਸਿੰਘ ਸ਼ਸਤਰਾਂ ਤੋਂ ਬਿਨਾਂ ਕਦੇ ਰਹਿੰਦੇ ਨਹੀਂ ਸਨ। ਸ਼ਸਤਰਹੀਨ ਨਾ ਕਬਹੂ ਹੋਈ, ਮਹਾਰਾਜ ਦਾ ਹੁਕਮ ਵੀ ਸੀ। ਉਹਨੇ ਵੇਖਿਆ ਨਿਹੰਗ ਸਿੰਘ ਨੂੰ ਵੱਡੇ ਦਮਾਲੇ ਚੱਕਰ ਸਜਾਏ, ਸ਼ਸਤਰ ਧਾਰਨ ਕੀਤੇ ਹੋਏ, ਤੇ ਕਹਿੰਦਾ ਰਾਜ ਤਾਂ ਸਾਡਾ ਹੈ, ਤੇ ਇਹ ਸਾਡੇ ਰਾਜ ਦੇ ਵਿੱਚ ਸ਼ਸਤਰ ਧਾਰਨ ਕਰਕੇ ਤੁਰਿਆ ਜਾਂਦਾ ਤੇ ਪੁੱਛਣ ਲੱਗਾ ਤੇਰਾ ਮਾਲਕ ਕੌਣ ਹੈ? ਬਰਛਾ ਕੋਲ ਸੀ, ਆਕਾਸ਼ ਵੱਲ ਚੁੱਕ ਦਿੱਤਾ। ਅਕਾਲ ਪੁਰਖ ਮਾਲਕ ਕੌਣ ਹੈ? ਕਹਿੰਦੇ ਮੇਰਾ ਮਾਲਕ ਅਕਾਲ ਪੁਰਖ ਹੈ। ਉਹਨੇ ਆਖਿਆ ਤੇਰਾ ਮਾਲਕ ਕੌਣ ਹੈ? ਕਹਿੰਦਾ ਜੀ ਅਕਾਲ ਪੁਰਖ, ਉਹ ਮੇਰੀ ਸਰਕਾਰ ਹੈ। ਫਿਰ ਕਹਿੰਦਾ ਜ਼ਮੀਨ ਤੇ ਤਾਂ ਰਾਜ ਸਾਡਾ ਹੈ। ਅੰਗਰੇਜ਼ ਕਹਿਣ ਲੱਗਾ ਜ਼ਮੀਨ ਤੇ ਰਾਜ ਸਾਡਾ ਹੈ, ਇੱਥੇ ਤੇਰਾ ਮਾਲਕ ਕੌਣ ਹੈ? ਬਰਛਾ ਘੁਮਾ ਕੇ ਪੁੱਠਾ ਧਰਤੀ 'ਚ ਗੱਡ ਦਿੱਤਾ। ਆਖਣ ਲੱਗੇ ਇੱਥੇ ਖਾਲਸਾ ਖੁਦ ਖੁਦਾ ਹੈ, ਖੁਦ ਸਰਕਾਰ ਹੈ, ਖੁਦ ਪਾਤਸ਼ਾਹ, ਖੁਦ ਬਾਦਸ਼ਾਹ ਹੈ। ਮੈਨੂੰ ਕਿਸੇ ਦੀ ਬਾਦਸ਼ਾਹੀ ਦੀ ਲੋੜ ਨਹੀਂ, ਮੈਨੂੰ ਕਿਸੇ ਪਾਤਸ਼ਾਹ ਦੀ ਲੋੜ ਨਹੀਂ। ਇੱਥੇ ਮੈਂ ਆਪਣੇ ਆਪ ਵਿੱਚ ਖੁਦ ਖੁਦਾ ਤੇ ਖੁਦ ਪਾਤਸ਼ਾਹ ਹਾਂ। ਵਾਕਿਆ ਹੀ ਖਾਲਸਾ ਜਿਹੜਾ ਉਹ ਆਪ ਪਾਤਸ਼ਾਹ ਹੈ। ਖੁਦਾ ਵੀ ਗੁਰੂ ਨੇ ਬਣਾ ਦਿੱਤਾ ਤੇ ਗੁਰੂ ਸਾਹਿਬ ਨੇ ਖਾਲਸੇ ਨੂੰ ਪਾਤਸ਼ਾਹ ਵੀ ਬਣਾ ਦਿੱਤਾ। ਦੋਨੇ ਦਾਤਾਂ ਦਿੱਤੀਆਂ। ਇੱਥੇ ਧਰਤੀ ਦੇ ਉੱਪਰ ਜੇ ਕਿਤੇ ਅਕਾਲ ਪੁਰਖ ਦੇ ਸਰਗੁਣ ਦਰਸ਼ਨ ਕਰਨੇ ਹੋਣ ਤੇ ਖਾਲਸੇ ਦੇ ਦਰਸ਼ਨ ਹੁੰਦੇ ਨੇ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਨੇ ਸਾਨੂੰ ਬੜੀਆਂ ਵੱਡੀਆਂ ਦਾਤਾਂ ਦਿੱਤੀਆਂ, ਪਰ ਅਸੀਂ ਉਹ ਸਾਰੀਆਂ ਗੱਲਾਂ ਭੁਲਾ ਕੇ ਤੇ ਹੋਰ ਹੀ ਚੱਕਰਾਂ ਵਿੱਚ ਪਏ ਹੋਏ ਹਾਂ। ਜਿਹੜੀ ਖੂਬੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ, ਉਹ ਖੂਬੀ ਛੱਡ ਕੇ ਪੀਰਾਂ ਫਕੀਰਾਂ ਮੰਦਰਾਂ ਦੇ ਵਿੱਚ ਜਾ ਕੇ ਕਿਸੇ ਧਾਰਮਿਕ ਸਥਾਨ ਦਾ ਸਤਿਕਾਰ ਕਰਨਾ ਉਹ ਖਾਲਸੇ ਦਾ ਧਰਮ ਤੇ ਫਰਜ਼ ਹੈ। ਕਿਸੇ ਨੂੰ ਮੰਦਾ ਨਹੀਂ ਬੋਲਣਾ, ਇਹ ਖਾਲਸੇ ਦਾ ਧਰਮ ਹੈ, ਭਾਵੇਂ ਕੋਈ ਵੀ ਮਜ਼ਹਬ ਦੁਨੀਆ ਵਿੱਚ ਹੋਵੇ। ਪਰ ਆਪਣੇ ਇਸ਼ਟ ਨੂੰ ਛੱਡ ਕੇ ਕੱਚੇ ਪਿੱਲਿਆਂ ਦੀ ਪੂਜਾ ਕਰਨੀ, ਇਹ ਵੀ ਖਾਲਸੇ ਨੂੰ ਹੱਕ ਗੁਰੂ ਸਾਹਿਬ ਨੇ ਨਹੀਂ ਦਿੱਤਾ। ਅਸੀਂ ਨਹੀਂ ਕਿਸੇ ਦੀ ਪੂਜਾ ਕਰ ਸਕਦੇ ਕੱਚੇ ਪਿੱਲੇ ਦੀ। ਸਾਨੂੰ ਕੇਵਲ ਇੱਕ ਦੀ ਪੂਜਾ ਕਰਨ ਦਾ ਹੱਕ ਗੁਰੂ ਸਾਹਿਬ ਨੇ ਦਿੱਤਾ ਹੈ, ਉਹ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਦਾਦੂ ਦੀ ਸਮਾਧ ਕੋਲੋਂ 10ਵੇਂ ਪਾਤਸ਼ਾਹ ਲੰਘੇ ਨਾ, ਬਾਣੀ ਦਾ ਪਾਠ ਕਰਕੇ ਤੇ ਤੀਰ ਦੀ ਮੁੱਖੀ ਨਾਲ ਨਮਸਕਾਰ ਕਰ ਦਿੱਤੀ। ਤੀਰ ਦੀ ਮੁੱਖੀ ਨਾਲ ਤੀਰ ਹੀ ਝੁਕਾਇਆ ਮੂਹਰਿਓਂ। ਸਿੰਘ ਕਹਿਣ ਲੱਗੇ ਮਹਾਰਾਜ ਆ ਕੀ ਕੀਤਾ? ਸਾਨੂੰ ਕਹਿੰਦੇ ਹੋ ਵੀ ਕਿਸੇ ਅੱਗੇ ਮੱਥਾ ਨਹੀਂ ਟੇਕਣਾ, ਤੇ ਆਪ ਜੀ ਨੇ ਤੀਰ ਦੀ ਮੁੱਖੀ ਨਾਲ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਕਹਿੰਦੇ ਭਾਈ ਤੁਹਾਡੀ ਪਰਖ ਕਰਨ ਵਾਸਤੇ ਅੱਜ ਮੈਨੂੰ ਮਾਣ ਹੈ ਤੇ ਮੈਨੂੰ ਭਰੋਸਾ ਹੈ ਕਿ ਮੇਰਾ ਖਾਲਸਾ ਆਪਣੇ ਆਪ ਵਿੱਚ ਪੂਰਨ ਹੈ। ਕਹਿੰਦੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਤਨਖਾਹ ਲਾਈ। ਵੇਖੋ ਕਿੱਡੀ ਵੱਡੀ ਗੱਲ ਹੈ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਚੇਲੇ ਨੂੰ ਤਾਂ ਤਨਖਾਹ ਲਾ ਸਕਦਾ, ਪਰ ਚੇਲਾ ਗੁਰੂ ਨੂੰ ਕਦੇ ਤਨਖਾਹ ਲਾ ਸਕਦਾ ਆ? ਆਪੇ ਚੇਲਾ ਆਪੇ ਗੁਰ ਚੇਲਾ ਹੈ ਆਪੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਇਹ ਬਾਣੀ ਕਹਿੰਦੀ ਹੈ ਕਿ ਪਰਮਾਤਮਾ ਦਾ ਜਿਹੜਾ ਸੇਵਕ ਹੈ, ਜਿਹੜਾ ਸਤਿਗੁਰੂ ਹੈ, ਕਹਿੰਦੇ ਸਤਿਗੁਰੂ ਚੇਲਾ ਵੀ ਆਪ ਹੈ ਤੇ ਉਹ ਗੁਰੂ ਵੀ ਆਪ ਹੈ। ਜਦੋਂ ਤੁਸੀਂ ਗੁਰੂ ਸਾਹਿਬ ਦੀ ਗੁਰਤਾ ਗੱਦੀ ਵਾਲੀ ਮਰਿਆਦਾ ਪੜ੍ਹੋਗੇ ਨਾ, ਇਹ ਗੱਲ ਗੁਰੂ ਨਾਨਕ ਸਾਹਿਬ ਤੋਂ ਹੀ ਸਮਝ ਪੈਣੀ ਸ਼ੁਰੂ ਹੋ ਜਾਂਦੀ। ਆਪੇ ਗੁਰ ਚੇਲਾ ਹੈ ਆਪੇ। ਪਹਿਲਾਂ ਗੁਰੂ ਸਨ ਗੁਰੂ ਨਾਨਕ ਸਾਹਿਬ। ਆਪਣੀ ਗੱਦੀ ਤੇ ਭਾਈ ਲਹਿਣਾ ਸਾਹਿਬ ਜੀ ਨੂੰ ਬਿਠਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਾਮ ਬਖਸ਼ਿਸ਼ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ। ਗੁਰੂ ਨੇ ਚੇਲਾ ਬਣ ਕੇ ਨਮਸਕਾਰ ਕੀਤੀ ਹੈ। ਤੇ 10ਵੇਂ ਪਾਤਸ਼ਾਹ ਜੀ ਨੇ ਉਹਦਾ ਸਵਰੂਪ ਬਦਲ ਕੇ ਪ੍ਰਤੱਖ ਕਰ ਦਿੱਤਾ ਕਿ ਮੇਰਾ ਖਾਲਸਾ ਮੇਰਾ ਗੁਰੂ ਹੈ, ਖਾਲਸਾ ਮੇਰੋ ਸਤਿਗੁਰ ਪੂਰਾ, ਤੇ ਮੈਂ ਇਹਨਾਂ ਦਾ ਚੇਲਾ ਹਾਂ। ਦੁਨੀਆ ਦੇ ਵਿੱਚ ਆਪਣਾ ਸਰੂਪ ਅੱਜ ਤੱਕ ਕਿਸੇ ਵੀ ਪੈਗੰਬਰ ਨੇ ਆਪਣੇ ਚੇਲਿਆਂ ਨੂੰ ਨਹੀਂ ਦਿੱਤਾ, ਜਿਹੜਾ ਸਰੂਪ 10ਵੇਂ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਬਖਸ਼ ਦਿੱਤਾ ਹੈ। ਇਸ ਕਰਕੇ ਖਾਲਸਾ ਖੁਦ ਖੁਦਾ ਹੈ ਤੇ ਇੱਕ ਸੱਚੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦਾ। ਸੋ ਪਈ ਭੂਤ ਪ੍ਰੇਤ ਉਹ ਮੜੀ ਮਸਾਨ। ਭੂਤਾਂ ਪ੍ਰੇਤਾਂ ਨੂੰ ਪੂਜਣਾ, ਮੜੀਆਂ ਨੂੰ ਪੂਜੀ ਜਾਣਾ ਤੇ ਜਾ ਕਰਕੇ ਮਸਾਣਾ ਆਦਿਕ ਦੀ ਪੂਜਾ ਕਰਨੀ। ਮਹਿਮਾਨੇ ਵਹਿ ਗੂਗੋ ਸੁਲਤਾਨ। ਗੁੱਗਾ ਤੇ ਸੁਲਤਾਨ ਹੋ ਗਿਆ, ਸਖੀ ਸਰਵਰ ਆਦਿਕ, ਇਹਨਾਂ ਨੂੰ ਖਾਲਸਾ ਕਦੇ ਨਹੀਂ ਮੰਨਦਾ। ਜਾਗਤ ਜੋਤ ਜਪੈ ਨਿਸੁਬਾਸੁਰ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਬੜੀ ਮਟ ਭੂਲ ਨਾ ਮੰਨੈ। ਭੁੱਲ ਕੇ ਵੀ ਨਹੀਂ ਮੰਨਦਾ। ਨਾ ਗੁੱਗੇ ਨੂੰ ਮੰਨੇ, ਨਾ ਮੜੀ ਨੂੰ ਮੰਨੇ, ਨਾ ਮੱਠ ਨੂੰ ਮੰਨੇ, ਨਾ ਮਸਾਣ ਨੂੰ ਮੰਨੇ। ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਹੈ
ਕਿ ਇਹਨਾਂ ਨੂੰ ਪੂਜਾਂਗੇ ਤੇ ਅਧੂਰੇ ਰਹਿ ਜਾਵਾਂਗੇ ਤੇ ਗੁਰੂ ਘਰ ਵਿੱਚੋਂ ਖੁਸ਼ੀਆਂ ਨਹੀਂ ਮਿਲਣਗੀਆਂ। ਸਿੱਖ ਵੀ ਬਣ ਗਏ ਤੇ ਨਾਲ ਗੋਗਾ ਵੀ ਪੂਜੀ ਗਏ। ਆ ਜਿਵੇਂ ਇੱਕ ਦੁਕਾਨ ਤੇ ਕਈ ਫੋਟੋਆਂ ਲੱਗੀਆਂ ਸਨ, ਕਈ ਫੋਟੋਆਂ ਲਾਈ ਫਿਰਦਾ ਸੀ ਸਾਰਿਆਂ ਦੀਆਂ, ਦੇਵੀ ਦੇਵਤੇ ਜੋ ਵੀ ਹੈ ਸੀ, ਵਿਚਾਰੇ ਨੇ ਜਿੱਥੋਂ ਜਿਹੜੀ ਮਿਲੀ ਲਾ ਲਈ। ਮੈਂ ਪੁੱਛਿਆ ਵੀ ਇੰਨੀਆਂ ਫੋਟੋਆਂ ਇੱਕ ਅੱਧਾ ਹੀ ਲਾ ਲੈ, ਵੀ ਇੱਕ ਤੇ ਭਰੋਸਾ ਰੱਖ ਲੈ। ਕਹਿੰਦਾ ਚਲੋ ਕੋਈ ਮੰਨ ਜਾਏਗਾ, ਆਪਾਂ ਨੂੰ ਕੀ ਹੈ, ਉਹੀ ਤਾਂ ਮੰਨੇਗਾ ਇਹਨਾਂ ਵਿੱਚੋਂ। ਸਾਡੀ ਹਾਲਤ ਇੱਦਾਂ ਦੀ ਹੋ ਗਈ, ਚਲੋ ਗੁਰਦੁਆਰੇ ਨਹੀਂ ਮਿਲਿਆ ਤੇ ਫਲਾਣੇ ਬਾਬੇ ਕੋ ਚੱਲੋ, ਉਥੋਂ ਨਹੀਂ ਮਿਲਿਆ ਜੀ ਫਲਾਣੇ ਕੋ ਚੱਲੋ, ਫਲਾਣੀ ਦੇਵੀ ਦੇ ਮੰਦਿਰ ਚੱਲੋ, ਗੂਗੇ ਕੋਲ ਚੱਲੋ, ਕਿਸੇ ਪੰਡਤ ਕੋਲ ਚੱਲੋ, ਕਿਸੇ ਮਲਾਣੇ ਕੋਲ ਚੱਲੋ। ਇਹੋ ਜੀ ਬਿਰਤੀ ਅਸੀਂ ਬਣਾ ਬੈਠੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਲੋਕ ਕਹਿੰਦੇ ਨੇ ਸਾਡਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਇਹਨੂੰ ਮੱਥਾ ਟੇਕਦੇ ਹਾਂ। ਗੱਲ ਮੱਥੇ ਟੇਕਣ ਤੱਕ ਨਹੀਂ, ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਿੰਦਗੀ ਵਿੱਚ ਢਾਲਣ ਦੀ ਜ਼ਰੂਰਤ ਹੈ। ਮੱਥਾ ਟੇਕਣਾ ਬਹੁਤ ਵੱਡੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਨਮਸਕਾਰ ਕਰਦਾ ਉਹਦੇ ਵੱਡੇ ਭਾਗ। ਤੇ ਕੇਵਲ ਇੰਨੀ ਗੱਲ ਕਹਿ ਦੇਣੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹਾਂ, ਸਾਡਾ ਵੀ ਗੁਰੂ, ਅਸੀਂ ਵੀ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਤੁਹਾਡੇ ਮੰਨਣ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਣਾ। ਫਰਕ ਉਸ ਦਿਨ ਪੈਣਾ ਜਿਸ ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਉੱਥੇ ਤਾਂ ਫਿਰ ਉਹਨਾਂ ਦੀ ਮਹਿਮਾ ਹੀ ਕਹਿਣ ਕਥਨ ਤੋਂ ਪਰਿਆ ਜਿਹੜਾ ਇਸ ਵਿਚਾਰਧਾਰਾ ਨੂੰ ਜ਼ਿੰਦਗੀ ਵਿੱਚ ਧਾਰਨ ਕਰ ਲੈਂਦਾ। ਇਸ ਕਰਕੇ ਖਾਲਸਾ ਭੂਤਾਂ ਪ੍ਰੇਤਾਂ ਮੜੀ ਮਸਾਣ ਗੁੱਗੋ ਸੁਲਤਾਨ ਪੀਰ ਫਕੀਰ ਆਦਿਕ ਇਹਨਾਂ ਚੋਂ ਕਿਸੇ ਨੂੰ ਵੀ ਨਹੀਂ ਮੰਨਦਾ, ਕੇਵਲ ਇੱਕ ਅਕਾਲ ਪੁਰਖ ਦੀ ਈਨ ਮੰਨਦਾ ਹੈ। ਨਾ ਉਹ ਟਿੱਕਾ ਲਾਉਂਦਾ, ਨਾ ਗਲ ਦੇ ਵਿੱਚ ਜਨੇਊ ਪਹਿਨਦਾ ਤੇ ਨਾ ਧੋਤੀ ਪਾਉਂਦਾ ਹੈ। ਇੱਕ ਸੁਨਹਿਰੇ ਵਿੱਚ ਖਾਂਦੇ ਨੇ। ਇੱਕ ਸੁਨਹਿਰੇ ਵਿੱਚ ਖਾਣ ਤੋਂ ਭਾਵ ਹੈ, ਵੇਖੋ ਜਦੋਂ ਅੰਮ੍ਰਿਤਪਾਨ ਕਰੀਦਾ ਨਾ, ਪਹਿਲਾਂ ਪੰਜ ਸਿੰਘ ਸਾਹਿਬਾਨ ਸਾਨੂੰ ਅੰਮ੍ਰਿਤਪਾਨ ਕਰਾਉਂਦੇ ਨੇ ਤੇ ਬਾਅਦ ਵਿੱਚ ਇੱਕ ਹੀ ਬਾਟੇ ਵਿੱਚੋਂ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਤੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ ਨਾ, ਬਾਅਦ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵੀ ਇੱਕੋ ਬਾਟੇ ਵਿੱਚ ਹੀ ਛਕਾਈ ਜਾਂਦੀ ਸੀ। ਹੁਣ ਦਾ ਤਾਂ ਪਤਾ ਨਹੀਂ, ਸਮੇਂ ਨਾਲ ਕੁਝ ਮਰਜ਼ਾਦਾ ਜਿਹੜੀਆਂ ਹਨ ਉਹ ਬਦਲ ਗਈਆਂ ਨੇ, ਹਰ ਕਿਸੇ ਨੇ ਆਪਣੀ ਮਰਜ਼ੀ ਨਾਲ, ਕਿਉਂਕਿ ਪਹਿਲਾਂ ਕੇਵਲ ਬੁੱਢੇ ਦਲ ਨੂੰ ਹੁਕਮ ਸੀ ਮਹਾਰਾਜ ਦਾ ਵੀ ਤੁਸੀਂ ਅੰਮ੍ਰਿਤਪਾਨ ਕਰਾਉਣਾ, ਉਹੀ ਅੰਮ੍ਰਿਤ ਛਕਾਉਂਦੇ ਸਨ ਪੂਰਨ ਮਰਿਆਦਾ ਨਾਲ। ਸਮੇਂ ਨਾਲ ਕੁਝ ਚੀਜ਼ਾਂ ਅਸੀਂ ਆਪਣੇ ਹੱਥ ਵਿੱਚ ਲੈ ਲਈਆਂ। ਜਿਹੜਾ ਹੱਕ ਗੁਰੂ ਸਾਹਿਬ ਨੇ ਪੰਥ ਨੂੰ ਦਿੱਤਾ ਸੀ, ਹਰ ਕਿਸੇ ਨੇ ਆਪਣੀ ਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਰਿਆਦਾ 'ਚ ਫਰਕ ਪੈਣਾ ਹੀ ਸੀਗਾ ਤੇ ਤਾਂ ਹੀ ਤਾਂ ਸਾਡੇ ਵਿੱਚ ਇੰਨੀ ਕੱਚ ਪਿੱਲ ਰਹਿ ਗਈ। ਉਹਦਾ ਕਾਰਨ ਇਹ ਸੀਗਾ, ਅੰਮ੍ਰਿਤ ਉਹੀ ਹੈ ਪਰ ਉੱਥੇ ਮਰਿਆਦਾ ਵਿੱਚ ਫਰਕ ਪਾ ਦਿੱਤਾ ਗਿਆ। ਸੋ ਇਸ ਕਰਕੇ ਗੁਰਮੁਖੋ, ਮਰਿਆਦਾ ਸਭ ਤੋਂ ਵੱਡੀ ਚੀਜ਼ ਹੈ ਤੇ ਗੁਰੂ ਸਾਹਿਬ ਮਰਿਆਦਾ ਨਾਲ ਪ੍ਰੇਮ ਕਰਦੇ ਨੇ। ਤਾਂ ਹੀ ਕਹਿੰਦੇ ਨਾ, ਰਹਿਣੀ ਰਹਿ ਸੋਈ ਸਿੱਖ ਮੇਰਾ। ਜਿਹੜਾ ਰਹਿਣੀ ਵਿੱਚ ਰਹਿੰਦਾ ਉਹੀ ਮੇਰਾ ਸਿੱਖ ਹੈ। ਰਹਿਤ ਪਿਆਰੀ ਮੁਝ ਕੋ ਰਹਿਤ ਪਿਆਰੀ ਗੁਰੂ ਨੂੰ, ਆਪਣੀ ਮਰਿਆਦਾ ਗੁਰੂ ਨੂੰ ਪਿਆਰੀ ਹੈ। ਇਸ ਕਰਕੇ ਗੁਰਮੁਖੋ, ਟਿੱਕੋ ਜਨੇਊ ਪਹਿਰਾ ਨਾ ਧੋਤੀ, ਇੱਕ ਸੁਨਹਿਰੇ ਖਾਏ ਬਹੁ ਗੋਤੀ। ਇੱਕ ਸੁਨਹਿਰੇ ਦੇ ਵਿੱਚ ਬਹਿ ਕੇ ਸਾਰੇ ਜਿਹੜੇ ਗੋਤੀ ਖਾਂਦੇ ਨੇ, ਕਿਸੇ ਤਰ੍ਹਾਂ ਦਾ ਭੇਦ ਭਾਵ ਜਿਹੜਾ ਉਹ ਨਹੀਂ ਕੀਤਾ ਜਾਂਦਾ। ਇਤਨੀ ਬਾਤ ਵਿਚਾਰ ਕਰ ਉਤੇ ਬਾਤ ਲਈ ਚੀਨ। ਜਦੋਂ ਸਿੱਖਾਂ ਨੇ ਆਖਿਆ ਮਹਾਰਾਜ ਅਸੀਂ ਤਾਂ ਹਰਨਾਂ ਵਾਂਗੂ ਆ ਤੇ ਸ਼ੇਰਾਂ ਨਾਲ ਕਿਵੇਂ ਲੜਾਂਗੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਸਾਰੀ ਗੱਲ ਆਪਣੇ ਹਿਰਦੇ ਵਿੱਚ ਜਾਣ ਲਈ ਤੇ ਖਾਲਸੇ ਨੂੰ ਪ੍ਰਤਾਪੀ ਬਣਾਉਣ ਵਾਸਤੇ ਵਿਚਾਰ ਕਰ ਲਈ ਹੈ। ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਗਏ। ਵੇਖੋ ਕਿਲੇ ਦਾ ਨਾਂ, ਗੜ੍ਹ ਨਾਮ ਕਿਲੇ ਦਾ, ਉਸ ਪਵਿੱਤਰ ਸਥਾਨ ਦਾ ਨਾਮ ਵੀ ਕੇਸਾਂ ਤੇ ਪਾਇਆ ਗਿਆ, ਕੇਸਗੜ੍ਹ ਸਾਹਿਬ। ਤੇ ਸਤਿਗੁਰੂ ਜੀ ਨੇ ਉੱਥੇ ਵਿਰਾਜਮਾਨ ਹੋ ਕਰਕੇ ਉਦਮ ਕੀਤਾ ਹੈ। ਇਸੇ ਪ੍ਰਕਾਰ ਭਲਾ ਤੇ ਚੰਗਾ ਜਿਹੜਾ ਸਮਾਂ ਜਾਣ ਕਰਕੇ ਕਈ ਭੁਜੰਗੀ ਛਾੜ ਪੰਜੇ ਜਾਤ ਗਣਾਏ। ਭਲਾ ਚੰਗਾ ਸਮਾਂ ਜਾਣ ਕੇ ਗੁਰੂ ਸਾਹਿਬ ਨੇ ਤਿਆਰੀ ਕਰ ਲਈ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸ੍ਰੀ ਆਸਾ ਕੀ ਵਾਰ ਦੇ ਪਾਵਨ ਬਾਣੀ ਦੇ ਕੀਰਤਨ ਦਾ ਭੋਗ ਪਿਆ ਤੇ ਉਪਰੰਤ ਸੱਚੇ ਪਾਤਸ਼ਾਹ ਜੀ ਆਪਣੀ ਨੰਗੀ ਤਲਵਾਰ ਲੈ ਕੇ
ਸਟੇਜ ਤੇ ਆ ਗਏ ਤੇ ਆਵਾਜ਼ ਮਾਰੀ, ਸਿੰਘੋ ਮੈਨੂੰ ਇੱਕ ਸੀਸ ਦੀ ਜ਼ਰੂਰਤ ਹੈ। ਕੋਈ ਗੁਰੂ ਕਾ ਪਿਆਰਾ ਉੱਠੇ ਤੇ ਮੈਨੂੰ ਆ ਕਰਕੇ ਆਪਣਾ ਜਿਹੜਾ ਸੀਸ ਆ ਉਹ ਭੇਟ ਕਰੇ। ਜੋ ਪਏ ਪੰਜ ਭੁਜੰਗੀ ਲਏ ਉਠਾਏ। ਕੀਏ ਭੁਜੰਗੀ ਛਾਂਟ ਪੰਜ, ਬੜਾ ਭਾਰੀ ਉੱਥੇ ਇਕੱਠ ਸੀਗਾ, 80,000 ਦਾ ਇਕੱਠ ਕਈਆਂ ਨੇ ਲਿਖਿਆ। ਉਹਨਾਂ ਵਿੱਚੋਂ 5 ਸਿੰਘ ਮਹਾਰਾਜ ਨੇ ਜਿਹੜੇ ਸਨ ਉਹ ਛਾਂਟੇ, ਭੁਜੰਗੀ ਸ਼ਬਦ ਵਰਤਿਆ। ਆਪਾਂ ਕਹਿੰਦੇ ਜੀ ਫਲਾਣੇ ਦਾ ਮੁੰਡਾ, ਢਮਕਾਣੇ ਦਾ ਮੁੰਡਾ ਉਹਨੂੰ ਕਹਿੰਦੇ ਜਿਹੜਾ ਮੁੰਡਨ ਕੀਤਾ ਹੋਵੇ ਉਹਨੂੰ ਮੁੰਡਾ ਕਹਿੰਦੇ ਨੇ। ਮਹਾਰਾਜ ਨੇ ਤਾਂ ਸਾਨੂੰ ਆਖਿਆ ਵੀ ਭੁਜੰਗੀ ਸ਼ਬਦ ਵਰਤੋ। ਸੱਪ, ਇਹ ਸੱਪ ਦੇ ਵਾਂਗੂ ਨੇ। ਜਫਰਨਾਮੇ ਵਿੱਚ ਵੀ ਆਖਿਆ ਕੀ ਹੋਇਆ, ਜੇ 4 ਪੁੱਤਰ ਸ਼ਹੀਦ ਕਰ ਦਿੱਤੇ, ਮਹਾਰਾਜ ਕਹਿੰਦੇ ਮੇਰਾ ਹਲੇ ਜਿਹੜਾ ਖਾਲਸਾ ਜਿਹੜਾ ਕੁੰਡਲੀਆ ਸੱਪ ਹੈ ਨਾ, ਇਹ ਹਲੇ ਜਿਉਂਦਾ ਹੈ। ਇਸ ਕਰਕੇ ਭੁਜੰਗੀ ਕਹਿਣਾ ਚਾਹੀਦਾ ਹੈ। ਇਹ ਸੋ ਲੜਕੀ ਹੋਵੇ ਤੇ ਉਹਨੂੰ ਭੁਜੰਗਣ, ਤੇ ਲੜਕਾ ਹੋਵੇ ਤੇ ਉਹਨੂੰ ਭੁਜੰਗੀ ਸ਼ਬਦ ਨਾਲ ਵਰਤਣਾ ਚਾਹੀਦਾ ਹੈ। ਇੱਥੇ ਕੀਏ ਭੁਜੰਗੀ ਛਾਂਟ ਪੰਜ, ਮਹਾਰਾਜ ਨੇ 80,000 ਦੇ ਇਕੱਠ ਦੇ ਵਿੱਚੋਂ 5 ਭੁਜੰਗੀ ਛਾਂਟ ਲਏ ਤੇ 5 ਜਾਤ ਗਣਾਏ। ਉਹਨਾਂ ਦੀਆਂ ਅਲੱਗ-ਅਲੱਗ ਜਾਤਾਂ ਸਨ। ਇਸ ਪ੍ਰਕਾਰ 5 ਭੁਜੰਗੀ ਲਏ ਉਠਾਏ। ਵੱਡੇ ਇਕੱਠ ਵਿੱਚੋਂ 5 ਭੁਜੰਗੀ ਉਠਾ ਲਏ ਹਨ। ਚਾਰੇ ਵਰਨ ਇੱਕ ਕੀਏ ਭਰਾਏ। ਸਤਿਗੁਰੂ ਮਹਾਰਾਜ ਜੀ ਨੇ 4 ਵਰਨਾਂ ਨੂੰ ਇੱਕ ਭਰਾ ਬਣਾ ਦਿੱਤਾ ਵੀ ਅੱਜ ਤੋਂ ਬਾਅਦ ਤੁਸੀਂ ਭਰਾ ਹੋ। ਕਿਸੇ ਨੇ ਜਾਤ-ਵਾਤ ਦਾ ਭੇਦ ਫਰਕ ਨਹੀਂ ਕਰਨਾ। ਪ੍ਰਥਮ ਦਇਆ ਸਿੰਘ ਸੋਫਤੀ ਜਾਤ। ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਉੱਠੇ ਜਦੋਂ ਸੀਸ ਮਹਾਰਾਜ ਨੇ ਮੰਗਿਆ। ਸੋਫਤੀ ਜਾਤ ਭਾਵ ਉਹ ਖੱਤਰੀ ਜਾਤ ਦੇ ਸਨ। ਲਾਹੌਰ ਹੁਤੇ ਬਖਿਆਤ, ਤੇ ਲਾਹੌਰ ਦੇ ਰਹਿਣ ਵਾਲੇ ਸਨ। ਉੱਥੇ ਆਪਣਾ ਕਰਮ ਕਰਦੇ ਸਨ। ਬਖਿਆਤ ਪ੍ਰਗਟ ਸਨ ਹਰ ਪਾਸੇ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਭ ਤੋਂ ਪਹਿਲਾਂ ਉੱਠੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦਇਆ ਸਿੰਘ ਜੀ ਤੁਰਕਾਂ ਨਾਲ ਤੁਹਾਨੂੰ ਲੜਾਉਣਾ ਹੈ, ਜੰਗ ਕਰਾਉਣਾ ਹੈ ਤੁਹਾਡੇ ਕੋਲੋਂ। ਕਹਿਣ ਲੱਗੇ ਮਹਾਰਾਜ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਦੀ ਨਹੀਂ ਪਕੜੀ। ਸਾਡਾ ਕੰਮ ਹੈ ਤਕੜੀ ਤੋਲਣਾ। ਦੁਕਾਨ ਦਾ ਕੰਮ ਕਰਦੇ ਸਨ, ਪਰਚੂਨ ਦਾ ਕੰਮ ਕਰਦੇ ਸਨ। ਸਾਡਾ ਕੰਮ ਹੈ ਤਕੜੀ ਤੋਲਣਾ, ਨੰਗੀ ਕਰਦ ਕभी ਨਹੀਂ ਪਕੜੀ। ਮੈਂ ਤਾਂ ਨੰਗੀ ਕਰਦ ਨਹੀਂ ਕਦੇ ਫੜੀ। ਜਿਹੜੀ ਸ੍ਰੀ ਸਾਹਿਬ ਅਸੀਂ ਪਾਉਂਦਿਆਂ ਨੂੰ ਕਰਦ ਕਹਿੰਦੇ ਨੇ, ਛੋਟੀ ਸ੍ਰੀ ਸਾਹਿਬ ਨੂੰ, ਮੈਂ ਤਾਂ ਕਦੇ ਇਹਨੂੰ ਨਹੀਂ ਫੜਿਆ। ਚਿੜੀ ਉਡੇ ਡਰ ਸੇ ਮਰ ਜਾਊਂ, ਮੁਗਲਨ ਸੇ ਕੈਸੇ ਲੜ ਪਾਊਂ। ਚਿੜੀ ਉੱਡ ਜਾਵੇ ਤੇ ਡਰ ਦੇ ਨਾਲ ਮਰ ਜਾਈਦਾ। ਤੇ ਮਹਾਰਾਜ ਮੈਂ ਮੁਗਲਾਂ ਨਾਲ ਕਿੱਥੋਂ ਲੜ ਲਵਾਂਗਾ। ਗੁਰੂ ਸਾਹਿਬ ਕਹਿੰਦੇ ਭਾਈ ਦਇਆ ਸਿੰਘ ਇਸੇ ਕਰਕੇ ਮੈਂ ਖਾਲਸਾ ਪੰਥ ਸਜਾਉਣ ਲੱਗਾ। ਭਾਈ ਦਇਆ ਸਿੰਘ ਨੂੰ ਮਹਾਰਾਜ ਅੰਦਰ ਤੰਬੂ ਵਿੱਚ ਲੈ ਗਏ, ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਇੱਕ ਆਖੇ ਜੀ ਪਰਦੇ ਦੀ ਗੱਲ ਹੈ, ਗੁਰੂ ਜਾਣੇ। ਕਈ ਆਖੇ ਜੀ ਬੱਕਰੇ ਝਟਕਾ ਤੇ ਇੱਦਾਂ ਦਾ ਕੁਝ ਨਹੀਂ ਸੀ। ਗੱਲ ਪ੍ਰਤਾਖੀ ਹੈ, ਇਹ ਗੱਲ ਪਰਦੇ ਦੀ ਨਹੀਂ। ਗੱਲ ਪ੍ਰਤਾਖੀ ਹੈ ਕਿ ਮਹਾਰਾਜ ਨੇ ਸੀਸ ਲਏ ਤੇ ਸਿੱਖ ਦਾ ਭਰੋਸਾ ਹੋਣਾ ਚਾਹੀਦਾ। ਮਹਾਰਾਜ ਨੇ ਸੀਸ ਹੀ ਲਏ ਨੇ। ਤੇ ਜਦੋਂ ਬਾਹਰ ਆਏ ਤੇ ਨੰਗੀ ਤਲਵਾਰ ਜਿਹੜੀ ਲਹੂ ਨਾਲ ਲਿਬੜੀ ਸੀ ਤੇ ਤਖਤ ਤੇ ਆ ਕੇ ਦੂਜਾ ਸੀਸ ਫਿਰ ਗੁਰੂ ਸਾਹਿਬ ਜੀ ਨੇ ਮੰਗਿਆ। ਭਾਈ ਉੱਠੋ, ਕੋਈ ਦੂਜਾ ਸਿੰਘ ਉੱਠ ਕੇ ਆਪਣਾ ਸੀਸ ਭੇਟ ਕਰੇ। ਤੇ ਇਸ ਪ੍ਰਕਾਰ ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ, ਜਿਹੜਾ ਹਸਤਨਾਪੁਰ ਹੈ ਨਗਰ, ਉਸ ਨਗਰ ਦੇ ਰਹਿਣ ਵਾਲੇ ਕਹਿੰਦੇ ਦੂਜੇ ਗੁਰਸਿੱਖ ਭਾਈ ਧਰਮ ਸਿੰਘ ਜੀ ਉੱਠੇ ਹਨ। ਜੱਟ ਸਿਵ ਜਟੋ ਪ੍ਰਕਾਸ਼ੀ। ਇਸੇ ਪ੍ਰਕਾਰ ਕਹਿੰਦੇ ਉਹ ਜਾਤ ਦੇ ਜਿਹੜੇ ਜੱਟ ਸਨ ਇਸ ਪ੍ਰਕਾਰ ਉਜਲੇ ਸਨ ਕਿ ਜੈਸੇ ਸ਼ਿਵ ਦੀਆਂ ਜਟਾਵਾਂ ਦੇ ਵਿੱਚੋਂ ਗੰਗਾ ਪ੍ਰਗਟ ਹੋਈ। ਤੇ ਦੂਜਾ ਅਰਥ ਇਹ ਵੀ ਕੀਤਾ ਗਿਆ ਹੈ ਸ਼ਿਵ ਜਟੋ ਪ੍ਰਕਾਸ਼ੀ, ਜਿਵੇਂ ਸ਼ਿਵ ਨੇ ਆਪਣੀਆਂ ਜਟਾਵਾਂ ਵਿੱਚੋਂ ਜੋ ਪੈਦਾ ਕੀਤੇ ਉਹਨੂੰ ਜੱਟ ਆਖਿਆ ਗਿਆ। ਇਸ ਤਰ੍ਹਾਂ ਕਹਿੰਦੇ ਉਹ ਜੱਟ ਜਾਤ ਦੇ ਸਨ ਤੇ ਹਸਤਨਾਪੁਰ ਦੇ ਰਹਿਣ ਵਾਲੇ ਸਨ। ਮੋਹਕਮ ਸਿੰਘ ਦਵਾਰਕਾ ਜਾਇਓ। ਤੇ ਤੀਸਰੇ ਭਾਈ ਮੋਹਕਮ ਚੰਦ ਜੀ ਉੱਠੇ, ਜਿਹੜੇ ਦਵਾਰਕਾ ਨਗਰੀ ਦੇ ਰਹਿਣ ਵਾਲੇ ਸਨ। ਨਾਮਦੇਵ ਅਵਤਾਰ ਸੋ ਆਇਓ। ਭਗਤ ਨਾਮਦੇਵ ਜੀ ਵੀ ਉਸੇ ਇਲਾਕੇ ਦੇ ਸਨ। ਤੇ ਇਸ ਤਰ੍ਹਾਂ ਜਾਣੋ ਜਿਵੇਂ ਭਗਤ ਨਾਮਦੇਵ ਜੀ ਦਾ ਅਵਤਾਰ ਆ ਗਿਆ ਹੋਵੇ। ਨਾਈ ਸਾਹਿਬ ਸਿੰਘ ਜੋ। ਇਸੇ ਪ੍ਰਕਾਰ ਜਦੋਂ ਚੌਥੀ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਸਿੰਘ ਜੀ ਉੱਠੇ ਨੇ, ਜੋ ਜਾਤ ਦੇ ਨਾਈ ਸਨ। ਸੈਣ ਭਗਤ ਜੈ ਰਹਤੇ ਸੋ। ਇਸੇ ਪ੍ਰਕਾਰ ਕਹਿੰਦੇ ਹਨ ਜਿੱਥੇ ਭਗਤ ਸੈਣ ਜੀ ਰਹਿੰਦੇ ਸਨ। ਭਗਤ ਸੈਣ ਜੀ ਉਸੇ ਹੀ ਨਗਰ ਦੇ, ਉਸੇ ਇਲਾਕੇ ਦੇ, ਉਸੇ ਜਾਤ ਦੇ ਰਹਿਣ ਵਾਲੇ ਸਨ, ਕਿਉਂਕਿ ਉਹ ਵੀ ਨਾਈ ਸਨ ਭਗਤ ਸੈਣ ਜੀ। ਤੇ ਉਹ ਮੁੱਠੀ ਚਾਪੀ ਕਰਦੇ ਸਨ ਭਗਤ ਸੈਣ। ਤੇ ਉਹੀ ਕਰਮ ਜਿਹੜਾ ਸੀ ਉਹ ਅੱਗੋਂ ਬਾਬਾ ਸਾਹਿਬ ਸਿੰਘ ਜੀ ਕਰਦੇ ਸਨ।
ਇਸ ਪ੍ਰਕਾਰ ਕਹਿੰਦੇ ਜਾਤ ਦੇ ਨਾਈ ਤੇ ਭਗਤ ਸੈਣ ਜੀ ਜਿਹੜਾ ਕਰਮ ਕਰਦੇ ਸਨ ਤੇ ਜਿੱਥੇ ਰਹਿੰਦੇ ਸਨ ਉਸੇ ਹੀ ਇਲਾਕੇ ਦੇ ਰਹਿਣ ਵਾਲੇ ਭਗਤ ਭਾਈ ਸਾਹਿਬ ਸਿੰਘ ਜੀ ਹਨ। ਪੰਚਮ ਹਿੰਮਤ ਸਿੰਘ ਝੀਵਰ ਕਹੀਏ। ਇਸੇ ਪ੍ਰਕਾਰ ਜਿਹੜੇ ਪੰਜਵੇਂ ਸਿੰਘ ਸਨ ਭਾਈ ਹਿੰਮਤ ਸਿੰਘ ਜੀ ਜਿਹੜੇ ਝੀਵਰ ਜਾਤ ਦੇ ਆਖੇ ਜਾਂਦੇ ਹਨ। ਪੰਜ ਭੁਜੰਗੀ ਪੰਜ ਜਾਤ ਲਹੀਏ। ਇਸ ਪ੍ਰਕਾਰ ਇਹ ਪੰਜ ਭੁਜੰਗੀ ਸਨ ਜਿਹੜੇ ਪੰਜ ਜਾਤਾਂ ਦੇ ਵਿੱਚੋਂ ਜਾਣੀਦੇ ਨੇ। ਭਾਈ ਦਇਆ ਸਿੰਘ ਜੀ ਖੱਤਰੀ ਸਨ ਲਾਹੌਰ ਦੇ ਰਹਿਣ ਵਾਲੇ। ਭਾਈ ਧਰਮ ਸਿੰਘ ਜੀ ਜੱਟ ਸਨ। ਭਾਈ ਮੋਹਕਮ ਸਿੰਘ ਜੀ ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਦਵਾਰਕਾ ਨਗਰੀ ਦੇ ਰਹਿਣ ਵਾਲੇ ਸਨ। ਭਾਈ ਸਾਹਿਬ ਸਿੰਘ ਜੀ ਨਾਈ ਸਨ। ਭਾਈ ਹਿੰਮਤ ਸਿੰਘ ਜੀ ਉਹ ਝੀਵਰ ਸਨ। ਇਸ ਪ੍ਰਕਾਰ ਇਹ ਪੰਜ ਜਿਹੜੀਆਂ ਵੱਖਰੀਆਂ ਵੱਖਰੀਆਂ ਜਾਤਾਂ ਤੇ ਉਹਨਾਂ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਜ ਭੁਜੰਗੀਆਂ ਨੂੰ ਛਾਂਟਿਆ ਹੈ। ਪੌਲ ਖੰਡੇ ਤਿਆਰ ਕਰਵਾਏ। ਖੰਡੇ ਬਾਟੇ ਦੀ ਪੌਲ ਸਤਿਗੁਰਾਂ ਨੇ ਤਿਆਰ ਕਰਵਾਈ ਹੈ। ਦੇ ਆਨ ਮਿਠਾਈ ਪਾਈ। ਸਤਲੁਜ ਦੇ ਦਰਿਆ ਵਿੱਚੋਂ ਜਲ ਲੈ ਕਰਕੇ ਆਏ ਤੇ ਸਤਿਗੁਰੂ ਮਹਾਰਾਜ ਨੇ ਜਦੋਂ ਉਹਦੇ ਵਿੱਚ ਖੰਡਾ ਫੇਰਨਾ ਸ਼ੁਰੂ ਕੀਤਾ ਤੇ ਉਸ ਵਕਤ ਮਾਤਾ ਜੀ ਆਏ ਤੇ ਮਾਤਾ ਜੀ ਨੇ ਆ ਕਰਕੇ ਜਿਹੜੀ ਮਠਾਈ ਸੀ, ਮਠਾਈ ਦਾ ਭਾਵ ਵੀ ਜਿਹੜੇ ਪਤਾਸੇ ਸਨ, ਮਿਠਾਸ ਸੀ, ਉਹ ਲਿਆ ਕੇ ਜਲ ਦੇ ਵਿੱਚ ਪਾ ਦਿੱਤੀ ਤੇ ਉੱਥੇ ਹੁਕਮ ਵੀ ਹੋਇਆ ਸੀ ਮਹਾਰਾਜ ਦਾ, ਭਲੇ ਸਮੇਂ ਤੂੰ ਚੱਲ ਕਰੇ ਆਈ, ਨੀਰ ਮਧ ਮਧੁਰਾਈ ਪਾਈ। ਚੰਗੇ ਸਮੇਂ ਤੂੰ ਆਈ ਹੈ। ਜਲ ਦੇ ਵਿੱਚ ਆ ਕੇ ਮਠਿਆਈ ਪਾ ਦਿੱਤੀ ਤੇ ਮੇਰੇ ਖਾਲਸੇ ਦਾ ਆਪਸੀ ਬੜਾ ਪ੍ਰੇਮ ਹੋਵੇਗਾ। ਇਹ ਪ੍ਰੇਮ ਦੇ ਨਾਲ ਆਪਸ ਵਿੱਚ ਰਿਹਾ ਕਰਨਗੇ। ਪਰ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਸਿੰਘ ਲਈ ਜਾਨ ਵਾਰ ਦਿੰਦੇ ਸਨ, ਖਿਮਾ ਕਰਨੀ। ਅੱਜ ਉਹ ਸਮਾਂ ਜਦੋਂ ਇੱਕ ਦੂਜੇ ਪ੍ਰਤੀ ਈਰਖਾ ਹੀ ਪੈਦਾ ਹੋ ਗਈ ਹੈ। ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਖਰੀ ਵਚਨ ਕੀਤੇ ਸਨ ਜਦੋਂ ਉਹਨਾਂ ਆਖਰੀ ਦਰਬਾਰ ਲਾਇਆ। ਸ਼ੇਰੇ ਪੰਜਾਬ ਇਹ ਗੱਲ ਕਹਿਣ ਲੱਗੇ ਵੀ ਤੁਹਾਨੂੰ ਮਾਰ ਤਾਂ ਕੋਈ ਨਹੀਂ ਸਕਦਾ, ਪਰ ਜਿਸ ਦਿਨ ਤੁਹਾਡੀ ਤਲਵਾਰ ਦੀ ਪਾਣ ਤੁਹਾਡੇ ਲਹੂ 'ਚ ਉਤਰ ਗਈ ਨਾ, ਤੁਹਾਨੂੰ ਬਚਾ ਵੀ ਕੋਈ ਨਹੀਂ ਸਕਦਾ। ਇਹ ਸੱਚ ਹੈ। ਖਾਲਸੇ ਦੀ ਤਲਵਾਰ ਜਦੋਂ ਮੁਗਲਾਂ ਦੀਆਂ ਜੜ੍ਹਾਂ 'ਚ ਜਾ ਕੇ ਵੱਜੀ ਤੇ ਮੁਗਲ ਨਹੀਂ ਰਹੇ। ਜਿੱਥੇ ਜਿੱਥੇ ਉਹਨਾਂ ਤਲਵਾਰਾਂ ਮਾਰੀਆਂ ਉਹਨਾਂ ਦੀਆਂ ਜੜ੍ਹਾਂ ਉਖਾੜ ਦਿੱਤੀਆਂ, ਪਰ ਜਦੋਂ ਉਹਨਾਂ ਦੀ ਤਲਵਾਰ ਆਪਣੇ ਲਹੂ ਦੇ ਵਿੱਚ ਉਤਰਨ ਲੱਗ ਪਈ ਤੇ ਫਿਰ ਵੇਖੋ ਹੁਣ ਕਿੰਨੇ ਭੇਦ ਭਾਵ ਪੈਦਾ ਹੋ ਗਏ ਤੇ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਹੋਏ ਨੇ। ਮਾਤਾ ਜੀ ਨੇ ਮਠਿਆਈ ਮਿਠਾਸ ਪਤਾਸੇ ਲਿਆ ਕਰਕੇ ਅੰਮ੍ਰਿਤ ਦੇ ਵਿੱਚ ਪਾਏ ਤੇ ਸਤਿਗੁਰੂ ਕਹਿੰਦੇ ਮੇਰੇ ਖਾਲਸੇ ਵਿੱਚ ਆਪਸੀ ਪ੍ਰੇਮ ਬੜਾ ਹੋਵੇਗਾ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਜਲ ਮਦ ਆਨ ਮਿਠਾਈ ਪਾਈ। ਮਾਤਾ ਜੀ ਨੇ ਜਲ ਵਿੱਚ ਲਿਆ ਕੇ ਪਤਾਸੇ ਪਾਏ ਹਨ। ਮਦ ਰਾਖੇ ਕਰਦ ਗਡਾਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਿਹੜੀ ਕਰਦ ਸੀ, ਕਿਰਪਾਨ ਸੀਗੀ, ਉਹ ਅੰਮ੍ਰਿਤ ਦੇ ਵਿੱਚ ਗਡਾ ਕੇ ਰੱਖੀ। ਇੱਕ ਮਰਿਆਦਾ ਹੈ, ਜਦੋਂ ਪੰਜ ਸਿੰਘ ਸਾਹਿਬਾਨ ਅੰਮ੍ਰਿਤ ਤਿਆਰ ਕਰਦੇ ਨੇ ਤੇ ਸ੍ਰੀ ਸਾਹਿਬ ਜਿਹੜੀ ਹੈ ਹਰ ਇੱਕ ਸਿੰਘ ਦੇ ਕੋਲ ਹੁੰਦੀ ਹੈ। ਜਦੋਂ ਅੰਮ੍ਰਿਤ ਤਿਆਰ ਕਰਦੇ ਨੇ ਤੇ ਬੀਰ ਆਸਣ ਤੇ ਬੈਠੇ ਹੁੰਦੇ ਨੇ। ਜਿਹੜਾ ਸਿੰਘ ਬਾਣੀ ਪੜ੍ਹਦਾ ਹੁੰਦਾ, ਜਿਹਦੀ ਵਾਰੀ ਹੁੰਦੀ ਹੈ, ਸ੍ਰੀ ਸਾਹਿਬ ਮੋਢੇ ਤੇ ਲਾ ਕੇ ਧਾਰ ਬਾਟੇ ਵੱਲ ਕਰਕੇ ਤੇ ਉਹਦਾ ਕਬਜ਼ਾ ਜਿਹੜਾ ਹੁੰਦਾ ਉਹ ਬਾਟੇ ਤੇ ਰੱਖਦੇ ਨੇ, ਉੱਪਰਲੇ ਪਾਸੇ ਬਾਟੇ ਦੇ ਕਿਨਾਰੇ ਤੇ ਇੱਕ ਹੱਥ ਵਿੱਚ ਖੰਡਾ ਹੁੰਦਾ ਹੈ ਤੇ ਧਾਰ ਵਾਲਾ ਪਾਸਾ ਜਿਹੜਾ ਉਹ ਅੰਮ੍ਰਿਤ ਜਲ ਦੇ ਵਿੱਚ ਮਾਰਦੇ ਨੇ। ਖੰਡਾ ਜਿਹੜਾ ਹੁੰਦਾ ਧਾਰ ਵਾਲਾ ਪਾਸਾ ਅੰਮ੍ਰਿਤ ਜਲ ਵਿੱਚ ਮਾਰਦੇ ਨੇ। ਜਿਹੜੇ ਦੂਸਰੇ ਸਿੰਘ ਹੁੰਦੇ ਨੇ ਨਾਲ, ਜਿਹਦੇ ਹੱਥ ਵਿੱਚ ਖੰਡਾ ਹੋਵੇ, ਇੱਕ ਹੱਥ ਵਿੱਚ ਸ੍ਰੀ ਸਾਹਿਬ ਗਡਾਈ ਹੁੰਦੀ ਹੈ ਤੇ ਦੂਸਰੇ ਹੱਥ ਵਿੱਚ ਖੰਡਾ ਹੁੰਦਾ ਹੈ। ਤੇ ਜਿਹੜਾ ਦੂਜਾ ਸਿੰਘ ਹੁੰਦਾ ਹੈ, ਜਿਹੜੇ ਬਾਣੀ ਨਹੀਂ ਪੜ੍ਹਦੇ ਹੁੰਦੇ, ਉਹ ਸਿੰਘ ਵੀਰ ਆਸਣ ਤੇ ਬੈਠੇ ਹੁੰਦੇ ਨੇ ਤੇ ਉਹਨਾਂ ਨੇ ਵੀ ਸ੍ਰੀ ਸਾਹਿਬ ਜਿਹੜੀ ਆ ਉਹ ਬਾਟੇ ਨਾਲ ਲਾਈ ਹੁੰਦੀ ਹੈ ਤੇ ਦੂਸਰਾ ਉਹਨਾਂ ਨੇ ਹੱਥ ਵੀ ਬਾਟੇ ਨਾਲ ਲਾਇਆ ਹੁੰਦਾ, ਬਾਟਾ ਫੜਿਆ ਹੁੰਦਾ ਹੱਥ ਦੇ ਨਾਲ। ਇਸ ਮਰਿਆਦਾ ਦੇ ਨਾਲ ਉਹ ਅੰਮ੍ਰਿਤ ਜਿਹੜਾ ਉਹ ਤਿਆਰ ਕਰਦੇ ਨੇ। ਇਸ ਕਰਕੇ ਇੱਥੇ ਬਚਨ ਆਇਆ ਹੈ ਕਿ ਸਤਿਗੁਰਾਂ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਤਹਿਮਦ ਰਾਖੀ ਕਰਦ ਗਡਾਏ। ਜਿਹੜੀ ਕਰਦ ਸ੍ਰੀ ਸਾਹਿਬ ਸੀ, ਇਸ ਤਰ੍ਹਾਂ ਉਹਦੇ ਵਿੱਚ ਅੰਮ੍ਰਿਤ ਵਿੱਚ ਗਡਾ ਕੇ ਰੱਖੀ ਹੈ। ਗੁਰ ਰਾਖੀ ਕਰਦ ਧਾਰੇ ਦਾਏ। ਇਸੇ ਪ੍ਰਕਾਰ ਸੱਜੇ ਹੱਥ ਦੇ ਵਿੱਚ ਖੰਡਾ ਪਕੜ ਕੇ ਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਜਲ ਦੇ ਵਿੱਚ ਫੇਰਿਆ ਤੇ ਉਹਦੀ ਧਾਰ ਜਿਹੜੀ ਸਿੱਧੀ ਰੱਖੀ ਹੈ। ਛੇ ਸਤਿਗੁਰ ਸਤਨਾਮ ਕਹਿਓ ਕਰਤਾ ਪੁਰਖ ਉਚਾਰ। ਇੱਕ ਬਚਨ ਹੋਰ ਹੈ, ਜਿਸ ਖੰਡੇ ਨਾਲ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ ਸੀ ਉਹਦਾ ਆਕਾਰ ਹੀ ਕੁਝ ਹੋਰ ਹੈ। ਇਉਂ ਕਹਿ ਲਓ ਕਿ ਉਹ ਘੱਟੋ ਘੱਟ ਉਹ ਖੰਡਾ 3.5 ਫੁੱਟ ਤੋਂ ਜ਼ਿਆਦਾ ਹੀ ਹੋਵੇਗਾ। ਉਹਦੇ ਦਰਸ਼ਨ ਵੀ ਕਰਨ ਨੂੰ ਪ੍ਰਾਪਤ ਹੋਏ। ਤੇ ਜਿਹੜੇ ਖੰਡੇ ਨਾਲ ਹੁਣ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, ਇਹ ਖੰਡੇ ਦਾ ਆਕਾਰ ਹੀ ਬਦਲ ਦਿੱਤਾ ਗਿਆ।
ਅਸਲ ਵਿੱਚ ਜਿਹੜਾ ਖੰਡਾ ਹੁੰਦਾ ਨਾ ਉਹ ਦੋ ਧਾਲੀ ਤਲਵਾਰ ਹੁੰਦੀ ਹੈ, ਉਹਦੀ ਧਾਰ ਜਿਹੜੀ ਹੈ ਨਾ ਉਹ ਦੋਨੇ ਪਾਸੇ ਹੁੰਦੀ ਹੈ। ਜਿਹੜਾ ਖੰਡਾ ਅਸੀਂ ਅੱਜ ਵੇਖਦੇ ਹਾਂ ਅਸਲ ਵਿੱਚ ਇਹ ਖੰਡੇ ਦਾ ਰੂਪ ਨਹੀਂ। ਤੇ ਦਾਸ ਨੇ ਇੱਕ ਬਚਨ ਸਰਵਣ ਕੀਤਾ, ਪੜ੍ਹਨ ਨੂੰ ਵੀ ਪ੍ਰਾਪਤ ਹੋਇਆ, ਕਿਉਂਕਿ ਬੜੀ ਇਹ ਗਹਿਰੀ ਸਾਜ਼ਿਸ਼ ਸੀ ਜਦੋਂ ਇਹ ਮਰਿਆਦਾ ਬਦਲੀ ਗਈ। ਪਹਿਲਾਂ ਵੱਡੇ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਜਾਂਦਾ ਸੀਗਾ ਤੇ ਅੰਗਰੇਜ਼ਾਂ ਦੇ ਸਮੇਂ ਉਹ ਛੋਟਾ ਖੰਡਾ ਬਣਾ ਦਿੱਤਾ ਗਿਆ, ਜਿਹੜਾ ਅੱਜ ਕੱਲ੍ਹ ਖੰਡਾ ਅੰਮ੍ਰਿਤ ਵਾਸਤੇ ਵਰਤਿਆ ਜਾਂਦਾ ਹੈ। ਤੇ ਸਾਧ ਸੰਗਤ ਜੀ, ਸਮੇਂ ਨਾਲ ਹੀ ਫਰਕ ਪਿਆ ਨਾ। ਜਿਹੜੀ ਦਸਤਾਰ ਅੱਜ ਬੰਨੀ ਜਾਂਦੀ ਹੈ, ਜਿਹੜੀ ਚੁੰਝ ਵਾਲੀ ਪੱਗ, ਇਹ ਗੋਰਿਆਂ ਤੋਂ ਸ਼ੁਰੂ ਹੋਈ ਹੈ। ਪਹਿਲਾਂ ਗੋਲ ਦਸਤਾਰਾਂ ਹੀ ਬੰਨੀਆਂ ਜਾਂਦੀਆਂ ਸਨ, ਗੁਰਮੁਖੀ ਦਸਤਾਰ ਹੁੰਦੀ ਸੀ, ਚੁੰਝ ਵਾਲੀ ਨਹੀਂ ਸੀ ਹੁੰਦੀ। ਹਾਲਾਂਕਿ ਗੁਰਮੁਖੀ ਦਸਤਾਰ ਕਹਿ ਦਿੰਦੇ, ਜਿਹੜੇ ਸਿੰਘ ਸਾਹਿਬਾਨ ਅੱਜ ਕੱਲ੍ਹ ਬੰਨ੍ਹਦੇ ਨੇ ਉਹਨੂੰ ਗੁਰਮੁਖੀ ਦਸਤਾਰ ਵੀ ਕਹਿ ਦਿੱਤਾ ਜਾਂਦਾ। ਖੈਰ ਉਹਦੇ ਵਿੱਚ ਜ਼ਿਆਦਾ ਚੁੰਝ ਨਹੀਂ ਹੁੰਦੀ, ਪਰ ਇਹ ਦਸਤਾਰ ਦੀ ਜਿਹੜੀ ਮਰਿਆਦਾ ਹੈ ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤੀ। ਜਦੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਫੌਜ ਵਿੱਚ ਭਰਤੀ ਕੀਤਾ ਤੇ ਉਹ ਬੰਨ੍ਹਦੇ ਸਨ ਜਿਹੜੀਆਂ ਦਸਤਾਰਾਂ। ਤੇ ਇਸ ਤੋਂ ਪਹਿਲਾਂ ਮਹਾਰਾਜ ਨੇ ਸੁੰਦਰ ਦਮਾਲੇ ਜਿਹੜੇ ਸਨ, ਮੇਰਾ ਗੁਰ ਮਿਲ ਉੱਚ ਦਮਾਲੜਾ, ਇਹ ਬਚਨ ਵੀ ਬਾਣੀ ਵਿੱਚ ਆਉਂਦਾ ਗੁਰਮੁਖੋ। ਇਹ ਦਮਾਲੇ ਹੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਸਜਾਇਆ ਕਰਦੇ ਸਨ। ਭਾਵੇਂ ਤੁਸੀਂ ਪੁਰਾਤਨ ਫੋਟੋਆਂ ਵੇਖ ਲਓ, ਹਰੀ ਸਿੰਘ ਨਲੂਆ ਉਹਨਾਂ ਦੀ ਪੁਰਾਤਨ ਫੋਟੋ ਵੇਖਣ ਨੂੰ ਮਿਲੀ, ਗੋਲ ਦਸਤਾਰ ਹੀ ਉਹਨਾਂ ਨੇ ਬੰਨੀ ਹੋਈ ਸੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ। ਸ੍ਰੀ ਸਤਿਗੁਰ ਸਤਨਾਮ ਕਹਿਓ ਕਰਤਾ ਪੁਰਖ ਉਦਾਰ। ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ, ਉਪਰੰਤ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਤਰ੍ਹਾਂ ਸ੍ਰੀ ਜਪਜੀ ਸਾਹਿਬ ਜੀ ਦੀ ਆਰੰਭਤਾ ਕੀਤੀ। ਸਤਨਾਮ ਜੀ ਦਾ ਨਾਮ ਸੱਚ ਹੈ, ਸ੍ਰੀ ਜੋ ਸ਼੍ਰੋਮਣੀ ਹੈ। ਓੰਕਾਰ ਜਿਹੜਾ ਆਕਾਰ ਤੋਂ ਰਹਿਤ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਮੇਟਣ ਵਾਲਾ ਹੈ। ਕਰਤਾ ਪੁਰਖ ਉਚਾਰ, ਕਰਤਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਤੇ ਪੁਰਖ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਅਕਾਲ ਅਕਾਲੈ ਜਾਪ ਕਰ ਤੋਰੀ ਕਿਰਪਾ ਨਿਜ ਧਾਰ। ਅਕਾਲ ਦਾ ਜਾਪ ਜਪ ਕੇ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਜਿਹੜੀ ਤਿਆਰ ਕੀਤੀ ਹੈ। ਹੇ ਅਕਾਲ ਪੁਰਖ, ਤੇਰੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ ਹੈ। ਹੋ ਪਏ ਪ੍ਰਥਮ ਭਗਉਤੀ ਵਾਰ ਜੋ ਕੋੜੇ। ਪੰਜ ਬਾਣੀਆਂ ਦਾ ਜਾਪ ਜਪ ਕੇ ਉਪਰੰਤ ਜਿਹੜੀ ਆਪਾਂ ਅਰਦਾਸ ਕਰਦੇ ਆ ਨਾ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਇਹ ਪੌੜੀ ਮਹਾਰਾਜ ਨੇ ਉਦੋਂ ਜੋੜੀ ਹੈ। ਪ੍ਰਥਮ ਭਗਉਤੀ ਜਿਹੜੀ ਹੈ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਉਹ ਸ਼ਕਤੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ। ਭਗਉਤੀ ਸ੍ਰੀ ਸਾਹਿਬ ਨੂੰ ਵੀ ਆਖਦੇ ਨੇ। ਸਭ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਨੂੰ ਸਿਮਰ ਕੇ, ਪ੍ਰਥਮ ਭਗਉਤੀ ਸਿਮਰ ਕੇ, ਸਭ ਤੋਂ ਪਹਿਲਾਂ ਅਕਾਲ ਪੁਰਖ ਜੀ ਨੂੰ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਉਂਦਾ ਹਾਂ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਿਹੜੀ ਪ੍ਰਥਮ ਭਗਉਤੀ ਵਾਲੀ ਵਾਰ ਦੀ ਪਹਿਲੀ ਪੌੜੀ ਜਿਹੜੀ ਅੰਮ੍ਰਿਤ ਵੇਲੇ ਉਹ ਜੋੜੀ ਹੈ। ਆਪ ਸਤਿਗੁਰ ਜੋੜੇ। ਸਤਿਗੁਰੂ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਤੋਂ ਲੈ ਕਰਕੇ 9ਵੇਂ ਪਾਤਸ਼ਾਹ ਜੀ ਤੱਕ ਇਸ ਤਰ੍ਹਾਂ ਪੌੜੀ ਨੂੰ ਜੋੜਿਆ ਹੈ। ਅਰਦਾਸ ਕੀਤੀ ਤੇ ਅਰਦਾਸ ਕਰਕੇ 9 ਪਾਤਸ਼ਾਹੀਆਂ ਨੂੰ ਅਰਦਾਸ ਦੇ ਵਿੱਚ ਧਿਆਉਣਾ ਕੀਤਾ ਹੈ। ਤੇ ਫਿਰ ਅਰਦਾਸ ਕੀਤੀ, ਮਹਾਰਾਜ ਹੁਣ 10ਵੇਂ ਜਾਮੇ ਦੇ ਵਿੱਚ ਆਪ ਜੀ ਆਪਣਾ ਸਰੂਪ ਧਾਰਨ ਕਰਕੇ ਆਇਓ ਤੇ ਕਿਰਪਾ ਕਰੋ, ਆਪ ਜੀ ਨੇ ਸਾਡੇ ਉੱਪਰ ਵੀ ਕਿਰਪਾ ਕਰਨੀ। ਇਸ ਤਰ੍ਹਾਂ 10ਵੇਂ ਪਾਤਸ਼ਾਹ ਅਰਦਾਸ ਕਰਦੇ ਨੇ, ਆਪ ਜੀ ਨੇ ਮੇਰੇ ਅੰਗ ਸੰਗ ਸਹਾਈ ਹੋਣਾ। ਸਾਧ ਸੰਗਤ ਜੀ, ਚੰਡੀ ਦੀ ਵਾਰ ਦਾ ਜਾਪ ਕੀਤਾ ਗਿਆ ਮਹਾਰਾਜ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਹੈ। ਉਪਰੰਤ ਜਿਹੜੇ 32 ਸਵਈਏ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਦੋਂ ਮੱਧ ਆਉਂਦਾ ਉਪਰੰਤ ਬਾਣੀ ਆਉਂਦੀ ਹੈ ਤੇ 32 ਸਵਈਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਉਸ ਸਮੇਂ ਸਿੱਖਾਂ ਦੇ ਜਿਹੜੇ ਹਾਲਾਤ ਸਨ ਉਹਨਾਂ ਦੇ ਵਿੱਚ ਉਚਾਰਨ ਕੀਤੇ ਗਏ। ਵੈਸੇ ਤਾਂ ਗਿਣਤੀ ਦੇ 33 ਸਵਈਏ ਨੇ, ਪਰ ਇੱਥੇ 32 ਸਵਈਆਂ ਦਾ ਜ਼ਿਕਰ ਆਇਆ ਹੈ।
ਵੈਸੇ 33 ਸਵਈਏ ਨੇ ਜਿਹੜੇ ਲਿਖਤੀ ਰੂਪ ਦੇ ਵਿੱਚ ਪ੍ਰਾਪਤ ਹੁੰਦੇ ਨੇ। ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਸਵਈਆਂ ਨੂੰ ਉਚਾਰਨ ਕੀਤਾ ਹੈ। ਸ੍ਰੀ ਸਤਿਗੁਰੂ ਸ੍ਰੀ ਮੁਖੋਂ ਸਵਾਰੇ, ਸਤਿਗੁਰੂ ਮਹਾਰਾਜ ਨੇ ਆਪਣੇ ਮੁਖਾਰਬਿੰਦ ਰਾਹੀਂ ਇਹਨਾਂ ਨੂੰ ਉਚਾਰਨ ਕੀਤਾ ਹੈ। ਤੇਜ ਜੋ ਚੰਡੀ ਬਾਣੀ, ਇਸ ਪ੍ਰਕਾਰ ਤੇਜ ਪ੍ਰਤਾਪ ਵਾਲੀ ਜਿਹੜੀ ਚੰਡੀ ਦੀ ਵਾਰ ਦੀ ਬਾਣੀ ਹੈ। ਸੋ ਪਾਹੁਲ ਕੇ ਮਦੈ ਠਾਣ, ਜਦੋਂ ਅੰਮ੍ਰਿਤ ਸਤਿਗੁਰਾਂ ਨੇ ਤਿਆਰ ਕੀਤਾ ਤੇ ਚੰਡੀ ਦੀ ਵਾਰ ਦਾ ਜਿਹੜਾ ਜਾਪ ਉਹ ਸਤਿਗੁਰਾਂ ਨੇ ਕੀਤਾ ਹੈ। ਹਾਂਜੀ। ਭੰਗੀ ਛੰਦ ਖੜ ਖੰਡ ਵਿਹੰਡੰ ਦਾਦਲ ਖੰਡੰ ਆਤਰਣ ਮੰਡੰ ਬਰ ਵੰਡੰ। ਸਾਧ ਸੰਗਤ ਜੀ, ਚੰਡੀ ਦੀ ਵਾਰ ਬੜੇ ਕਿੰਤੂ ਪਰੰਤੂ ਲੋਕ ਕਰਦੇ ਨੇ ਅੱਜ ਕੱਲ੍ਹ ਵੀ। ਦੇਵੀ ਦੀ ਉਸਤਤ ਹੈ, ਇਹ ਦੇਵੀ ਦੀ ਉਸਤਤ ਨਹੀਂ, ਅਕਾਲ ਪੁਰਖ ਦੀ ਉਸਤਤ ਹੈ ਚੰਡੀ ਦੀ ਵਾਰ ਜਿਹੜੀ ਹੈ। ਪਰ ਜਦੋਂ ਕੋਈ ਇਹਨੂੰ ਧਿਆਨ ਦੇ ਨਾਲ ਪੜ੍ਹੇ, ਸਮਝ ਉਦੋਂ ਆਵੇ ਨਾ, ਅਸੀਂ ਸੋਚਦੇ ਹਾਂ ਅਸੀਂ ਹਾਂ ਖੂਹ ਦੇ ਡੱਡੂ। ਆ ਜਿਵੇਂ ਖੂਹ ਵਿੱਚ ਡੱਡੂ ਸੀ ਨਾ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਭਗਤ ਰਵਿਦਾਸ ਜੀ ਕਹਿੰਦੇ ਵੀ ਖੂਹ ਵਿੱਚ ਕੂਪ, ਖੂਹ, ਦਾਦਰਾ, ਡੱਡੂ। ਜਿਹੜਾ ਖੂਹ ਦੇ ਵਿੱਚ ਰਹਿਣ ਵਾਲਾ ਡੱਡੂ ਆ ਉਹਨੂੰ ਥੋੜ੍ਹਾ ਕਿਸ ਦੇਸ਼ ਵਿਦੇਸ਼ ਦੀ ਸੋਝੀ ਹੁੰਦੀ ਹੈ, ਉਹਦੇ ਵਾਸਤੇ ਤਾਂ ਖੂਹ ਹੀ ਸਾਰਾ ਕੁਝ ਹੈ। ਅਸੀਂ ਖੂਹ ਦੇ ਡੱਡੂ ਬਣ ਗਏ। ਚੰਡੀ ਦੀ ਵਾਰ, ਇਹ ਵਾਰ ਉਸ ਅਕਾਲ ਪੁਰਖ ਦੀ ਸ਼ਕਤੀ ਦੀ ਵਾਰ ਹੈ ਜਿਹਨੇ ਸੰਸਾਰ ਵਿੱਚ ਆਦ ਤੋਂ ਲੈ ਕੇ ਹੁਣ ਤੱਕ ਦੁਸ਼ਟਾਂ ਦਾ ਘਾਤ ਕੀਤਾ। ਚਾਹੇ ਉਹਨੂੰ ਭਗਉਤੀ ਤਲਵਾਰ ਨੂੰ ਕਹਿ ਲਓ ਜਿਹੜੀ ਗੁਰੂ ਸਾਹਿਬ ਜੀ ਦੀ ਗਾਤਰੇ ਵਿੱਚ ਸੀ। ਵੇਖੋ ਕਿੱਡੀ ਵੱਡੀ ਤਾਕਤ ਹੈ। ਭਗਉਤੀ 10ਵੇਂ ਪਾਤਸ਼ਾਹ ਦੇ ਗਾਤਰੇ ਵਿੱਚ ਰਹਿੰਦੀ ਹੈ। ਉਹ ਭਗਉਤੀ ਜਿਹਨੇ ਮੁਗਲਾਂ ਦੀ ਜੜ ਹਿਲਾ ਦਿੱਤੀ। ਇਹ ਪ੍ਰਮਾਤਮਾ ਦੀ ਆਦ ਸ਼ਕਤੀ ਭਗਉਤੀ, ਤੇ ਆਪ ਹੀ ਅਕਾਲ ਪੁਰਖ ਭਗਉਤੀ ਦਾ ਰੂਪ ਧਾਰਨ ਕਰਕੇ, ਸ਼ਸਤਰ ਦਾ ਰੂਪ ਧਾਰਨ ਕਰਕੇ ਸੰਸਾਰ ਵਿੱਚ ਦੁਸ਼ਟਾਂ ਦਾ ਘਾਤ ਕਰਦੇ ਨੇ। ਉਹ ਚੰਡੀ ਦੀ ਵਾਰ ਜਿਹੜੀ, ਇਹ ਬੜੀ ਪ੍ਰਤਾਪੀ ਬਾਣੀ ਹੈ 10ਵੇਂ ਪਾਤਸ਼ਾਹ ਦੀ। ਦੇਵਤੇ ਤੇ ਦੈਂਤਾਂ ਦੇ ਜੰਗ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਤੇ ਬਚਨ ਆਇਆ ਸੀ ਨਾ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਉੱਥੇ ਨਹੀਂ ਪੜ੍ਹ ਹੋਇਆ ਤੁਹਾਡੇ ਕੋਲੋਂ। ਉਂਝ ਤਾਂ ਦੇਵੀ ਚੱਕ ਮਾਰਨ ਲੱਗ ਪਈ, ਤੁਹਾਨੂੰ ਵੀ ਦੇਵੀ ਦੀ ਉਸਤਤ ਕਰ ਦਿੱਤੀ। ਮਹਾਰਾਜ ਕਹਿੰਦੇ ਤੂੰ ਹੀ ਦੁਰਗਾ ਨੂੰ ਸਾਜਿਆ। ਦੁਰਗਾ ਕਿਹਨੂੰ ਕਹਿੰਦੇ ਨੇ? ਦੁਰਗਾ, ਦੁਰ ਨਾਮ ਬੁਰੇ ਦਾ, ਗਾ ਨਾਮ ਗਾਉਣ ਵਾਲੀ ਸ਼ਕਤੀ ਦਾ। ਉਹ ਪਰਮਾਤਮਾ ਦੀ ਸ਼ਕਤੀ ਜਿਹਨੇ ਬੁਰਿਆਂ ਨੂੰ ਗਾ ਦਿੱਤਾ, ਨਾਸ਼ ਕਰ ਦਿੱਤਾ। ਚੰਡੀ, ਚੰਡ ਨਾਮ ਦੇ ਦੈਂਤ ਨੂੰ ਮਾਰਿਆ, ਨਾਂ ਚੰਡੀ ਪੈ ਗਿਆ। ਪਰਮਾਤਮਾ ਨੂੰ ਕਹਿੰਦੇ ਨਾ ਵੀ ਤੂੰ ਕੇਸਾ ਧਾਰੀ ਹੈ, ਕੇਸਵ ਕਹਿ ਦਿੱਤਾ ਵੀ ਤੇਰੇ ਕੇਸ ਨੇ ਤਾਂ ਕੇਸਵ ਕਹਿ ਦਿੱਤਾ। ਅਕਾਲ ਪੁਰਖ ਨੂੰ ਸੁੰਦਰ ਸਰੂਪ ਹੈ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਿਆਮ ਸੁੰਦਰ ਕਹਿ ਦਿੱਤਾ। ਬਾਣੀ ਅੰਦਰ ਗੁਣਾ ਕਰਕੇ ਬਿਆਨ ਕੀਤਾ ਗਿਆ ਨਾ। ਆਖਿਆ ਤੂੰ ਕਰਤਾ ਹੈ, ਕਿਉਂ ਤੂੰ ਸਾਰਿਆਂ ਨੂੰ ਕਰਨ ਵਾਲਾ। ਘੁਮਿਆਰ ਨੇ ਘੜਾ ਬਣਾਇਆ, ਮਿੱਟੀ ਦੇ ਭਾਂਡੇ ਬਣਾਏ, ਲੋਕਾਂ ਨੇ ਘੁਮਿਆਰ ਆਖਿਆ ਹੀ ਨਾ, ਨਾਮ ਪੈ ਗਿਆ। ਪਰਮਾਤਮਾ ਦੀ ਸ਼ਕਤੀ ਨੇ ਚੰਡ ਨਾਮ ਦਾ ਦੈਂਤ ਖਤਮ ਕੀਤਾ, ਉਹਦਾ ਨਾਂ ਚੰਡੀ ਪੈ ਗਿਆ। ਇਸ ਕਰਕੇ ਲੋਕ ਵਹਿਮ ਕਰਦੇ ਨੇ ਵੀ ਕਿਤੇ ਕੋਈ ਦੇਵੀ ਨਾ ਹੋਵੇ। ਕਿਤੇ ਦਾਸ ਨੂੰ ਇੱਕ ਸਿੰਘ ਮਿਲਿਆ, ਮੈਨੂੰ ਨਗਰ ਦਾ ਵੈਸੇ ਨਾਮ ਵਿਸਰ ਗਿਆ। ਉਹ ਕਹਿੰਦੇ ਸਾਡੇ ਨਗਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਤੇ ਉੱਥੇ ਆ ਕੇ ਉਹਨਾਂ ਨੇ ਚੰਡੀ ਦੀ ਵਾਰ ਦਾ ਪਾਠ ਕੀਤਾ। ਬੜੇ ਪੁਰਾਣੇ ਸਰੋਤ ਪਏ ਹੋਏ ਨੇ ਇਸ ਤਰ੍ਹਾਂ ਦੇ, ਜਿਨ੍ਹਾਂ ਵਿੱਚ ਇਹ ਸਾਬਤ ਹੁੰਦਾ ਕਿ ਮਹਾਰਾਜ ਚੰਡੀ ਦਾ ਜਾਪ ਆਪ ਕਰਦੇ ਸਨ ਤੇ ਸਿੱਖਾਂ ਨੂੰ ਹੁਕਮ ਦਿੰਦੇ ਸਨ। ਲੋਕ ਐਵੇਂ ਸ਼ੰਕਾ ਕਰਦੇ ਨੇ। ਕਹਿੰਦੇ ਸਾਡੇ ਨਗਰ ਵਿੱਚ ਚੰਡੀ ਦੀ ਵਾਰ ਦਾ ਉਹਨਾਂ ਪਾਠ ਕੀਤਾ, ਉਪਰੰਤ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਤੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ 10ਵੇਂ ਪਾਤਸ਼ਾਹ ਨੇ ਉੱਥੇ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਬਾਣੀ ਜਿਹੜੀ ਬੜੀ ਤੇਜ ਪ੍ਰਤਾਪੀ ਬਾਣੀ ਹੈ। ਤੇ ਕਈ ਆਖਦੇ ਨੇ ਵੀ ਗੁੱਸਾ ਬੜਾ ਆਉਂਦਾ ਚੰਡੀ ਦੀ ਵਾਰ ਪੜ੍ਹ ਕੇ। ਗੁੱਸਾ ਨਹੀਂ ਆਉਂਦਾ ਭਾਈ, ਇਹ ਤਾਂ ਤੁਹਾਡਾ ਵਹਿਮ ਹੀ ਹੈ। ਜਿਹੜੇ ਨਹੀਂ ਪੜ੍ਹਦੇ ਉਹ ਕਿਹੜਾ ਵੀ ਠੰਡੇ ਪਾਣੀ ਨਾਲ ਨਹਾ ਕੇ ਸ਼ਾਂਤ ਰਹਿੰਦੇ ਨੇ। ਗੁੱਸਾ ਤਾਂ ਸਭ ਨੂੰ ਹੀ ਆਉਂਦਾ ਹੈ। ਇਹ ਥੋੜ੍ਹਾ ਵੀ ਚੰਡੀ ਦੀ ਵਾਰ ਪੜ੍ਹਨ ਵਾਲਾ ਜ਼ਿਆਦਾ ਗੁੱਸਾ ਕਰਦਾ, ਐਸਾ ਨਹੀਂ। ਚੰਡੀ ਦੀ ਵਾਰ ਦੀ ਬਾਣੀ ਪੜ੍ਹ ਕੇ ਮਨੁੱਖ ਦੇ ਅੰਦਰ ਬਾਣੀ ਦਾ ਤੇਜ ਪ੍ਰਤਾਪ ਰਹਿੰਦਾ, ਉਹਦਾ ਤੇਜ ਪ੍ਰਤਾਪ ਵੱਧ ਜਾਂਦਾ ਆ। ਵੀਰ ਰਸ ਵਿੱਚ ਉਹ ਹਰ ਟਾਈਮ ਰਹਿੰਦਾ ਹੈ। ਇਸ ਕਰਕੇ 10ਵੇਂ ਪਾਤਸ਼ਾਹ ਜੀ ਨੇ ਉਹ ਬਾਣੀ ਜਿਹੜੀ ਉੱਥੇ ਉਚਾਰਨ ਕੀਤੀ ਤੇ ਤ੍ਰਿਭੰਗੀ ਛੰਦ ਜਿਹੜਾ ਭਾਈ ਸਾਹਿਬ ਨੇ ਲਿਖਿਆ, ਖਗ ਖੰਡ ਬਿਹੰਡੰ ਖਲ ਦਲ ਖੰਡੰ। ਇਹ ਜੋ ਸ਼ਸਤਰ ਹੈ, ਇਹ ਜੋ ਤਲਵਾਰ ਹੈ, ਜਿਹੜੇ ਖਲ ਮੂਰਖ ਨੇ, ਮੂਰਖਾਂ ਦਾ ਜਿਹੜਾ ਦਲ ਹੈ ਉਹਨੂੰ ਟੋਟੇ ਟੋਟੇ ਕਰਨ ਵਾਲਾ ਹੈ। ਆਤਰਣ ਮੰਡੰ ਬਰ ਭੰਡੰ, ਇਹ ਤਲਵਾਰ ਜਿਹੜੀ ਹੈ ਬਰ ਬਲ
ਕਹਿੰਦੇ ਸ੍ਰੇਸ਼ਟ ਜਿਹੜਾ ਬਲ ਹੈ ਉਸ ਬਲ ਨੂੰ ਧਾਰਨ ਕਰਨ ਵਾਲੀ ਤੇ ਅੱਤ ਦਾ ਜਿਹੜਾ ਜੰਗ ਹੈ ਉਹ ਜੰਗ ਕਰਨ ਵਾਲੀ ਹੈ। ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ। ਇਹਦੇ ਦੋ ਤਰ੍ਹਾਂ ਦੇ ਅਰਥ ਪੜ੍ਹਨ ਨੂੰ ਮਿਲੇ। ਪਹਿਲਾ ਅਰਥ ਤਾਂ ਜਿਹੜਾ ਹੈਗਾ ਉਸ ਤਲਵਾਰ ਦੇ ਉੱਪਰ ਕੀਤਾ ਗਿਆ, ਭੁਜ ਦੰਡ ਅਖੰਡੰ, ਇਹ ਭਗਉਤੀ ਇਹ ਤਲਵਾਰ ਜਿਹੜੀ ਹੈ ਉਹਦੇ ਜਿਹੜੇ ਭੁਜ ਉਹਦੀਆਂ ਬਾਹਾਂ ਜਿਹੜੀਆਂ ਡੰਡੇ ਦੇ ਵਾਂਗੂ ਨੇ, ਜੋ ਨਾ ਖੰਡੀਆਂ ਜਾਣ ਵਾਲੀਆਂ ਨੇ, ਟੋਟੇ ਟੋਟੇ ਨਹੀਂ ਹੁੰਦੀਆਂ, ਬੜਾ ਉਹਦਾ ਤੇਜ ਪ੍ਰਚੰਡ ਹੈ। ਜੋਤ ਅਮੰਡੰ ਭਾਨ ਪ੍ਰਭੰ, ਉਹਦੇ ਮੁਖ ਦੇ ਉੱਤੇ ਕਹਿੰਦੇ ਇੰਨਾ ਪ੍ਰਕਾਸ਼ ਹੈ, ਉਹਦੇ ਮੁਖ ਦੇ ਉੱਤੇ ਇੰਨਾ ਪ੍ਰਤਾਪ ਹੈ ਕਿ ਉਹਦੇ ਸਾਹਮਣੇ ਸੂਰਜ, ਭਾਨ ਸੂਰਜ ਨੂੰ ਕਹਿੰਦੇ ਨੇ, ਜਿਹੜੀ ਸੂਰਜ ਦੀ ਪ੍ਰਭਾ ਹੈ ਨਾ ਉਹ ਵੀ ਫਿੱਕੀ ਪੈ ਜਾਂਦੀ ਹੈ। ਇਹਦਾ ਦੂਜਾ ਭਾਵ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਜਿਹੜੀ ਤਲਵਾਰ ਦੁਸ਼ਟਾਂ ਨੂੰ ਟੋਟੇ ਟੋਟੇ ਕਰਨ ਵਾਲੀ ਹੈ। ਕਹਿੰਦੇ ਜਿਹੜੇ ਸੂਰਮੇ ਬਰ ਬੰਡੰ, ਜਿਹੜੇ ਸੂਰਮੇ ਨੇ ਸ੍ਰੇਸ਼ਟ ਬਲ ਵਾਲੇ, ਤਾਕਤ ਵਾਲੇ, ਆਤਰਣ ਮੰਡੰ, ਜਿਹੜੇ ਬਹੁਤ ਜ਼ਿਆਦਾ ਜੰਗ ਕਰਨ ਵਾਲੇ ਨੇ ਮੈਦਾਨੇ ਜੰਗ ਦੇ ਅੰਦਰ, ਕੁਝ ਦੰਡ ਅਖੰਡੰ, ਜਿਨ੍ਹਾਂ ਦੀਆਂ ਬਾਹਾਂ ਕਹਿੰਦੇ ਨਾ ਟੋਟੇ ਟੋਟੇ ਹੋਣ ਵਾਲੀਆਂ, ਦੰਡ ਦੇ ਵਾਂਗੂ ਨੇ, ਜਿਨ੍ਹਾਂ ਦਾ ਬਹੁਤ ਜ਼ਿਆਦਾ ਪ੍ਰਚੰਡ ਤੇਜ ਹੈ, ਜਿਨ੍ਹਾਂ ਦੇ ਮੁਖ ਦੇ ਉੱਪਰ ਸੂਰਜ ਦੇ ਵਾਂਗੂ ਜੋਤ ਕਹਿੰਦੇ ਚਮਕਦੀ ਹੈ। ਕਹਿੰਦੇ ਇਹੋ ਜੇ ਜੰਗ ਕਰਨ ਵਾਲੇ ਸੂਰਮਿਆਂ ਨੂੰ ਵੀ ਉਹ ਟੋਟੇ ਟੋਟੇ ਕਰ ਦਿੰਦੀ ਹੈ। ਇਹ ਖਾਗੇ ਤਲਵਾਰ ਦਾ ਇੰਨਾ ਤੇਜ ਪ੍ਰਤਾਪ ਹੈ। ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲਵਿਕ ਹਰਣੰ ਅਸ ਸਰਣੰ। ਇਹ ਜਿਹੜੀ ਤਲਵਾਰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ, ਸੂਰਮਿਆਂ ਦੀਆਂ ਬਾਹਾਂ ਦੇ ਵਿੱਚ ਬਲ ਭਰਨ ਵਾਲੀ, ਤਾਕਤ ਭਰਨ ਵਾਲੀ ਹੈ। ਅਤਿਅੰਤ ਦਾ ਜੰਗ ਕਰਦੀ ਹੈ ਸੂਰਮਿਆਂ ਦੇ ਹੱਥ ਦੇ ਵਿੱਚ ਆ ਕੇ ਤੇ ਦੁਸ਼ਟਾਂ ਦਾ ਘਾਤ ਕਰ ਦਿੰਦੀ ਹੈ। ਸੁਖ ਸੰਤਾ ਕਰਣੰ, ਜਿਹੜੇ ਸੰਤ ਜਨ ਨੇ ਉਹਨਾਂ ਨੂੰ ਸੁਖ ਬਖਸ਼ਿਸ਼ ਕਰਨ ਵਾਲੀ ਹੈ। ਦੁਰਮਤ ਹਰਣੰ, ਮਨੁੱਖ ਦੀ ਜਿਹੜੀ ਮਾੜੀ ਮੱਤ ਹੈ, ਮਾੜੀ ਮੱਤ ਦਾ ਉਹ ਨਾਸ਼ ਕਰ ਦਿੰਦੀ ਹੈ। ਕਿਉਂ? ਮਹਾਰਾਜ ਕਹਿੰਦੇ ਕਾਲ ਤੂੰ ਕਾਲੀ ਤੂੰ ਹੀ ਤਬਰ ਤਰਵਾਰ, ਨਾਮ ਤਿਹਾਰੋ ਜੋਜ ਪੈ ਭਏ ਸਿੰਧ ਪਵ ਭਾਰ। ਇਹ ਸ਼ਸਤਰੀ ਆਪ ਅਕਾਲ ਪੁਰਖ ਹੈ, ਪਰਮਾਤਮਾ ਦਾ ਸਰਗੁਣ ਸਰੂਪ ਹੈ। ਇਸ ਕਰਕੇ ਪਰਮਾਤਮਾ ਸੰਤ ਜਨਾਂ ਨੂੰ ਸੁਖ ਬਖਸ਼ਦਾ, ਦੁਸ਼ਟਾਂ ਦਾ ਘਾਤ ਕਰਕੇ। ਕਿਲਵਿਕ ਹਰਣੰ ਅਸ ਸਰਣੰ, ਕਿਲਵਿਕ ਜਿਹੜੇ ਬੱਜਰ ਪਾਪ ਨੇ ਉਹਨਾਂ ਨੂੰ ਨਾਸ਼ ਕਰਨ ਵਾਲੀ। ਅਸ ਸਰਣੰ, ਅਸ ਨਾਮ ਤਲਵਾਰ ਦਾ, ਕਹਿੰਦੇ ਸਤਿਗੁਰੂ ਕਿ ਮੈਂ ਇਸ ਸ਼ਸਤਰ ਤਲਵਾਰ ਦੀ ਸ਼ਰਨ ਵਿੱਚ ਆਇਆ ਹਾਂ। ਤੇ ਅਸ ਦਾ ਆਖਰੀ ਅਰਥ ਕੀਤਾ ਗਿਆ ਅਕਾਲ ਪੁਰਖ, ਦੂਜਾ ਅਰਥ ਕੀਤਾ ਗਿਆ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆਇਆ ਹਾਂ। ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਣ ਪ੍ਰਾਣ ਜੈ ਤੇਗੰ। ਸਤਿਗੁਰ ਜੀ ਕਹਿੰਦੇ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ, ਸਾਰੀ ਸ੍ਰਿਸ਼ਟੀ ਨੂੰ ਉਭਾਰਨ ਬਚਾਉਣ ਵਾਲੀ। ਤੇ ਹਜੂਰ ਕਹਿੰਦੇ ਜਿਹਦੀ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੈ। ਮਮ ਪ੍ਰਤਪਾਰਨ, ਜੋ ਮੈਨੂੰ ਪ੍ਰਤਪਾਲਣ ਵਾਲੀ ਹੈ, ਮੇਰੀ ਪਾਲਣਾ ਕਰਨ ਵਾਲੀ। ਜੈ ਤੇਗੰ, ਉਸ ਤੇਗ ਉਸ ਸ਼ਸਤਰ ਦੀ ਜੈ ਜੈਕਾਰ ਹੋਵੇ ਜੋ ਹਰ ਸਮੇਂ ਹਰ ਵਕਤ ਸਾਡੀ ਰੱਖਿਆ ਕਰਦੀ ਹੈ। ਓਹਰਾ ਪ੍ਰੀਤਮ ਅੰਚਰੀ ਭਰੀ ਸ਼੍ਰੀ ਸਤਿਗੁਰ ਉਨ ਲਲਕਾਰ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਦਸਮ ਦੀਆਂ ਬਾਣੀਆਂ ਪੜ੍ਹੀਆਂ। ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੜ੍ਹੀਆਂ ਗਈਆਂ ਤੇ ਬਾਕੀ ਜਿਹੜੀਆਂ ਬਾਣੀਆਂ ਉਹ ਦਸਮ ਦੀ ਬਾਣੀ ਵਿੱਚੋਂ ਪੜ੍ਹੀਆਂ ਗਈਆਂ। ਜਿਹੜੀ ਬਾਣੀ ਦਸਵੇਂ ਪਾਤਸ਼ਾਹ ਨੇ ਆਪ ਉਚਾਰਨ ਕੀਤੀ ਹੈ ਤੇ ਅੰਮ੍ਰਿਤ ਤਿਆਰ ਕਰਕੇ ਗੁਰੂ ਸਾਹਿਬ ਜੀ ਨੇ ਪ੍ਰਥਮ ਅੰਚਰੀ ਭਰੀ ਸ੍ਰੀ ਸਤਿਗੁਰ ਉਨ ਲਲਕਾਰ। ਪੰਜ ਸਿੰਘਾਂ ਨੂੰ ਲਲਕਾਰ ਕੇ ਗੁਰੂ ਸਾਹਿਬ ਜੀ ਨੇ ਅੰਚਰੀ ਦਾ ਭਾਵ ਵੀ ਆਪਣੀ ਬੁੱਕ ਦੇ ਵਿੱਚ ਅੰਮ੍ਰਿਤ ਭਰਿਆ ਹੈ। ਨੇਤਰ ਕਵਾਏ ਕਰ ਦਈ ਮਦ ਮੋਡਾਰ। ਇਸ ਤਰ੍ਹਾਂ ਭਾਈ ਦਇਆ ਸਿੰਘ ਜੀ ਦੇ ਨੇਤਰਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੇ ਕਹਿੰਦੇ ਛੱਟੇ ਮਾਰੇ, ਉਹਨਾਂ ਦੇ ਨੇਤਰਾਂ ਵਿੱਚ ਅੰਮ੍ਰਿਤ ਦਾ ਸੰਚਾਰ ਕੀਤਾ ਹੈ। ਓ ਪਈ ਅਕਾਲ ਅਕਾਲ ਕਰ ਜਾਪਿ ਪਾਏ। ਇੱਕ ਪਾਸੇ ਨੇਤਰਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰਦੇ ਨੇ, ਅਕਾਲ ਅਕਾਲ ਦਾ ਜਾਪ ਜਪਾਉਂਦੇ ਹਨ। ਵਾਹਿਗੁਰੂ ਗੁਰ ਫਤਿਹ ਬੁਲਾਏ। ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਨਾਲ ਜਿਉਂ-ਜਿਉਂ ਅੰਮ੍ਰਿਤ ਛਕਾਉਂਦੇ ਨੇ, ਇੱਕ ਇੱਕ ਚੋਲਾ ਛਕਾਉਂਦੇ ਨਾਲ ਫਤਿਹ ਬੁਲਾਉਂਦੇ ਹਨ। ਪੰਜ ਪੰਜ ਸ਼ੀਸ਼ ਅੰਚਰੀ ਪਾਏ। ਇਸ ਤਰ੍ਹਾਂ ਉਸ ਤੋਂ ਬਾਅਦ ਪੰਜ ਪੰਜ ਜਿਹੜੇ ਅੰਮ੍ਰਿਤ ਦੇ ਬੁੱਕਸਾਂ ਨੂੰ ਭਰ ਭਰ ਕੇ ਉਹਨਾਂ ਦੇ ਸੀਸ ਵਿੱਚ ਦਸਮ ਦਵਾਰ ਵਿੱਚ ਪਾਏ ਹਨ। ਪੰਜ ਪੰਜ ਪੰਚਨ ਦਈ ਚਕਾਏ। ਇਸ ਤਰ੍ਹਾਂ ਪੰਜ ਪੰਜ ਜਿਹੜੇ ਚੋਲੇ ਸਨ ਪੰਜ ਸਿੰਘਾਂ ਨੂੰ ਛਕਾ ਦਿੱਤੇ। ਪੰਜ ਚੋਲੇ ਛਕਾਏ, ਪੰਜ ਨੇਤਰਾਂ ਵਿੱਚ ਤੇ ਪੰਜ ਦਸਮ ਦਵਾਰ ਵਿੱਚ ਪਾਏ ਹਨ। ਸੁਨਹਿਰੇ
ਕਬੀਰ ਲਾਏ। ਉਸ ਤੋਂ ਉਪਰੰਤ ਇੱਕ ਸੁਨਹਿਰੇ ਵਿੱਚ, ਇੱਕ ਬਾਟੇ ਵਿੱਚ ਫਿਰ ਸਾਰਿਆਂ ਨੂੰ ਬਾਅਦ ਵਿੱਚ ਅੰਮ੍ਰਿਤ ਛਕਾਇਆ ਹੈ। ਭੇਦ ਕਛ ਰਹਿਨ ਰਖਨ ਨਾ ਪਾਏ। ਕਿਸੇ ਪ੍ਰਕਾਰ ਦਾ ਭਿੰਨ ਭੇਦ ਗੁਰੂ ਸਾਹਿਬ ਜੀ ਨੇ ਨਹੀਂ ਰੱਖਿਆ। ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ, ਬਾਅਦ ਵਿੱਚ ਫਿਰ ਉਹੀ ਬਾਟਾ ਲੈ ਕੇ ਇਕੱਲੇ ਇਕੱਲੇ ਜਾਣੇ ਨੂੰ ਉਸੇ ਬਾਟੇ ਵਿੱਚੋਂ ਹੀ ਅੰਮ੍ਰਿਤ ਛਕਾਇਆ। ਅੰਮ੍ਰਿਤ ਦੀਆਂ ਘੁੱਟਾਂ ਛਕਾਈਆਂ ਹਨ। ਚਾਰ ਵਰਨ ਕੋ ਆਸ਼ਰਮ ਚਾਰ। ਇਸ ਪ੍ਰਕਾਰ ਚਾਰ ਵਰਨ ਤੇ ਜਿਹੜੇ ਚਾਰ ਆਸ਼ਰਮ ਹਨ, ਜਿਨਿਓ ਟਿਕੋ ਦਿਓ ਉਤਾਰ। ਉਹਦਾ ਭੇਦ ਭਰਮ ਖਤਮ ਕਰਕੇ ਤੇ ਉਹਨਾਂ ਨੇ ਜਿਹੜੇ ਜਨੇਊ ਤੇ ਟਿੱਕੇ ਆਦਿਕ ਧਾਰਨ ਕੀਤੇ ਸਨ, ਉਤਾਰ ਕੇ ਉਹਨਾਂ ਨੂੰ ਸ਼ਸਤਰ ਪਹਿਨਾ ਦਿੱਤੇ ਹਨ। ਸਤਿਗੁਰ ਉਨ ਸਿੱਖਿਆ ਦੇ। ਇਸ ਪ੍ਰਕਾਰ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਫਿਰ ਜਿਹੜੀ ਰਹਿਤ ਮਰਿਆਦਾ ਜਿਹੜੀ ਉਹ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਵਰਤਿਓ ਨਹੀਂ। ਹੁਕਮ ਹੋਇਆ ਕਿ ਜਿਹੜੇ ਮੀਣੇ ਬਾਬੇ ਪ੍ਰਿਥੀ ਚੰਦ ਦੀ ਅੰਸ਼ ਬੰਸ ਉਹਨਾਂ ਦੇ ਨਾਲ ਨਹੀਂ ਵਰਤਣਾ, ਤੇ ਮਸੰਦਾਂ ਦੇ ਨਾਲ ਮੇਰੇ ਖਾਲਸੇ ਨੇ ਮੇਲ ਨਹੀਂ ਰੱਖਣਾ। ਜਿਹੜੇ ਗੁਰੂ ਘਰ ਦੀ ਮਾਇਆ ਛੱਕ ਕੇ ਢਕਾਰ ਮਾਰ ਜਾਂਦੇ ਨੇ ਉਹਨਾਂ ਨਾਲ ਵੀ ਮੇਲ ਨਹੀਂ ਰੱਖਣਾ। ਮਾਰ ਰਮ ਰਾਈ ਨੜੀ ਮਾਰ। ਕੁੜੀ ਮਾਰ ਜਿਹੜੇ ਲੜਕੀਆਂ ਨੂੰ ਮਾਰ ਦਿੰਦੇ ਨੇ। ਮੁੰਡਿਆਂ ਦੀ ਲਾਲਸਾ ਹੁੰਦੀ ਹੈ ਨਾ ਵੀ ਸਾਡੇ ਘਰ ਵਿੱਚ ਲੜਕਾ ਪੈਦਾ ਹੋ ਜਾਏ, ਉਹਨਾਂ ਦੀ ਲਾਲਸਾ ਦੇ ਚੱਕਰ ਦੇ ਵਿੱਚ ਕੁੜੀਆਂ ਮਾਰ ਦਿੰਦੇ। ਪਹਿਲੇ ਤਾਂ ਜਦੋਂ ਜਨਮ ਲੈਂਦੀ ਕੁੜੀ ਉਦੋਂ ਹੀ ਮਾਰ ਦੇਣੀ ਉਹਨਾਂ ਨੇ, ਘੜਿਆਂ 'ਚ ਪਾ ਕੇ ਰੱਖ ਆਉਣੀ, ਜ਼ਮੀਨ 'ਚ ਦਬਾ ਦੇਣੀ, ਦਾਈਆਂ ਨੇ ਸਰਾਣਾ ਰੱਖ ਕੇ ਖਤਮ ਕਰ ਦੇਣੀ। ਅੱਜ ਕੱਲ੍ਹ ਤਾਂ ਵੈਸੇ ਹੀ ਭਰੂਣ ਹੱਤਿਆ ਕਰੀ ਜਾਂਦੇ ਨੇ। ਜਿਹੜਾ ਕੁੜੀ ਮਾਰ ਉਹਦੇ ਨਾਲ ਨਹੀਂ ਮੇਲ ਰੱਖਣਾ ਖਾਲਸੇ ਨੇ। ਰਾਮ ਰਾਏ ਦੀ ਸੰਗਤ, ਜਿਹਦਾ ਆਪਾਂ ਇਤਿਹਾਸ ਵੀ ਥੋੜ੍ਹਾ ਜਿਹਾ ਸੰਖੇਪ ਸਰਵਣ ਕੀਤਾ ਸੀ ਪਿੱਛੇ, ਉਹਨਾਂ ਦੇ ਨਾਲ ਮੇਰੇ ਖਾਲਸੇ ਨੇ ਮੇਲ ਨਹੀਂ ਰੱਖਣਾ। ਨੜੀ ਮਾਰ, ਤੰਬਾਕੂ ਖਾਣੇ, ਸਿਗਰਟਾਂ ਪੀਣ ਵਾਲੇ, ਉਹਨਾਂ ਦੇ ਨਾਲ ਮੇਰੇ ਖਾਲਸੇ ਨੇ ਮੇਲ ਮਿਲਾਪ ਨਹੀਂ ਰੱਖਣਾ। ਤੇ ਜਿਹੜਾ ਇਹਨਾਂ ਨੂੰ ਮਿਲੇਗਾ ਨਾ ਉਹ ਖੁਆਰ ਹੀ ਹੋਵੇਗਾ, ਜਿਹੜਾ ਇਹਨਾਂ ਦੇ ਨਾਲ ਮੇਲ ਰੱਖੇਗਾ। ਮੇਲ ਰੱਖਣ ਦਾ ਭਾਵ ਹੈ ਕਿ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਕਰਨੀ ਇਹਨਾਂ ਦੇ ਨਾਲ ਮੇਰੇ ਖਾਲਸੇ ਨੇ। ਰਾਮ ਰਾਈਏ, ਮਸੰਦ, ਮੀਣੇ, ਨੜੀ ਮਾਰ, ਕੁੜੀ ਮਾਰ ਦੇ ਰਾਮ ਰਾਈਏ, ਇਹਨਾਂ ਨਾਲ ਮੇਰਾ ਖਾਲਸਾ ਕਦੇ ਵੀ ਮੇਲ ਨਹੀਂ ਰੱਖੇਗਾ। ਇਸ ਪ੍ਰਕਾਰ ਸਿਰ ਗੁੰਮੀਏ, ਜਿਨ੍ਹਾਂ ਨੇ ਕੇਸ ਕਤਲ ਕਰਾਏ ਹੋਏ, ਉਹਨਾਂ ਦੇ ਨਾਲ ਵੀ ਮੇਰਾ ਖਾਲਸਾ ਮੇਲ ਨਹੀਂ ਰੱਖੇਗਾ। ਸਤਿਗੁਰ ਗੋਲਕ ਪਾਇਓ। ਅੱਜ ਕੱਲ੍ਹ ਲੋਕ ਕਹਿੰਦੇ ਨਾ, ਤੁਸੀਂ ਰੋਲਾ ਸੁਣਿਆ ਹੋਣਾ, ਜਿਹਨੇ ਆਪਣੀ ਜੇਬ ਭਰਨੀ ਹੋਵੇ ਕੀ ਬਿਆਨ ਦਿੰਦਾ, ਆ ਗੋਲਕ 'ਚ ਨਾ ਪੈਸੇ ਪਾਓ, ਇਹੀ ਕਹਿੰਦੇ ਨੇ ਨਾ। ਦੇਖੋ ਜਿੰਨੀਆਂ ਸੰਸਥਾਵਾਂ ਨੇ, ਜਥੇਬੰਦੀਆਂ ਸਤਿਕਾਰਯੋਗ ਨੇ, ਪਰ ਜਿਹੜੇ ਗੁਰੂ ਨਾਨਕ ਸਾਹਿਬ ਦੀ ਘਰ ਦੀ ਮਰਿਆਦਾ ਦੇ ਖਿਲਾਫ ਨੇ, ਸਾਡੇ ਕੁਝ ਨਹੀਂ ਲੱਗਦੇ। ਸਾਡਾ ਬੋਲਣਾ ਫਰਜ਼ ਹੈ, ਕਹਿਣਾ ਫਰਜ਼ ਹੈ। ਅਸੀਂ ਉਹਨਾਂ ਦੇ ਪਿੱਛੇ ਲੱਗ ਬੜੀ ਛੇਤੀ ਜਾਂਦੇ ਹਾਂ। ਆਖੇ ਜੀ ਵੀ ਗੁਰਦੁਆਰਾ ਸਾਹਿਬ ਪੈਸੇ ਨਾ ਚੜਾਓ, ਅੰਮ੍ਰਿਤਸਰ ਪੈਸੇ ਨਾ ਚੜਾਓ, ਗੋਲਕ 'ਚ ਪੈਸੇ ਨਾ ਪਾਓ। ਕਿਉਂ ਬਈ? ਤੁਹਾਡੀ ਜੇਬ 'ਚ ਪਾ ਦੇਣ। ਮਤਲਬ ਤਾਂ ਇਹੀ ਹੈ ਨਾ ਵੀ ਜੇ ਤੁਸੀਂ ਗੁਰਦੁਆਰੇ ਪੈਸੇ ਨਹੀਂ ਚੜਾਓਗੇ ਤੇ ਸਾਡੀ ਜੇਬ 'ਚ ਪੈ ਜਾਣਗੇ। ਸਾਡੀ ਜੇਬ 'ਚ ਪੈਣਗੇ, ਅਸੀਂ ਚੰਗਾ ਘਰ ਖਰੀਦ ਲਵਾਂਗੇ। $1,00,000 ਇਕੱਠਾ ਹੋ ਗਿਆ, 2 ਲੱਖ ਪਾਉਂਡ ਇਕੱਠਾ ਹੋ ਗਿਆ, ਤੇ ਲਾ ਦੇਾਂਗੇ 10, 15, 20, 25 ਹਜ਼ਾਰ। ਇੰਨਾ ਲੱਗ ਗਿਆ ਤੇ ਬਾਕੀ ਤਾਂ ਆਪਣਾ ਹੀ ਆ ਨਾ। ਕਿਸੇ ਨੇ ਥੋੜਾ ਪੁੱਛਣਾ। ਜੇ ਨੇ ਕੋਈ ਸੁਸਾਇਟੀ, ਕੋਈ ਸੰਸਥਾ ਬਣਾਈ ਆ, ਉਹਦਾ ਫਾਊਂਡਰ ਹੈ, ਪੈਸੇ ਤਾਂ ਉਹਦੇ ਹੀ ਨੇ ਨਾ। ਕੋਈ ਹਿਸਾਬ ਥੋੜਾ ਮੰਗੇਗਾ ਉਹਦੇ ਕੋਲੋਂ। ਜਦੋਂ ਹਿਸਾਬ ਮੰਗਣਾ ਉਦੋਂ ਤਾਂ ਉਹਨੇ ਉਂਝ ਹੀ ਮੈਲ ਖੜੇ ਕਰ ਲੈਣੇ ਨੇ। ਕਿਸੇ ਦੀ ਵਿਰੋਧਤਾ ਨਹੀਂ। ਕੋਈ ਸਮਾਜ ਦੀ ਸੇਵਾ ਕਰਦਾ, ਸੰਸਾਰ ਦੀ ਸੇਵਾ ਕਰਦਾ, ਪਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਜਿਹੜਾ ਉਹਦੇ ਤੇ ਕਿੰਤੂ ਪਰੰਤੂ ਕਰੇਗਾ, ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਯਥਾ ਯੋਗ ਮਾਇਆ ਗੁਰੂ ਦੀ ਗੋਲਕ ਵਿੱਚ ਸਿੱਖ ਨੇ ਪਾਉਣੀ ਹੈ। ਇਹ ਥੋੜਾ ਆਖਿਆ ਵੀ ਜਿਹੜੇ ਲੋਕਾਂ ਸਮਾਜ ਸੇਵੀਆਂ ਦੀ ਸੇਵਾ ਕਰਦੇ ਵੀ ਉਹਨਾਂ ਦੀਆਂ ਜੇਬਾਂ ਭਰ ਦਿਓ। ਇਹ ਥੋੜਾ ਆਖਿਆ ਮਹਾਰਾਜ ਨੇ। ਅੰਮ੍ਰਿਤਸਰ ਸਾਹਿਬ ਤੋਂ ਬੜੀ ਤਕਲੀਫ ਹੁੰਦੀ, ਦਰਬਾਰ ਸਾਹਿਬ ਤੋਂ। ਉੱਥੇ ਗੋਲਕ 'ਚ ਪੈਸੇ ਨਾ ਪਾਓ। ਉੱਥੇ ਨਹੀਂ ਪੈਸੇ ਪਾਓਗੇ ਤੇ ਭਲਿਓ ਐਡੇ ਕਾਰ ਵਿਹਾਰ ਕਿਵੇਂ ਚੱਲਣਗੇ। 2 ਲੱਖ ਸੰਗਤ ਹਰ ਰੋਜ਼ ਆਉਂਦੀ ਉੱਥੇ ਆ ਕੇ ਪ੍ਰਸ਼ਾਦਾ ਛਕਦੀ ਹੈ। ਗਰੀਬ ਲੋਕ ਆ ਕੇ ਲੰਗਰ ਛਕਦੇ ਨੇ, ਹਰ ਤਰ੍ਹਾਂ ਦੀ ਉਹ ਮਦਦ ਕਰਦੇ ਨੇ। ਅਸੀਂ ਇਹ ਵੇਖ ਲਿਆ ਵੀ ਫਲਾਣਾ ਖਾ ਗਿਆ ਪੈਸੇ, ਫਲਾਣਾ ਪੈਸੇ ਖਾ ਗਿਆ, ਪਰ ਕਦੇ ਦੂਜਾ ਪੱਖ ਵੀ ਵੇਖਿਆ ਕਿ ਉੱਥੇ ਹਰ ਸਮੇਂ ਅੰਮ੍ਰਿਤ ਦੀ ਵਰਖਾ ਹੁੰਦੀ, ਗੁਰਬਾਣੀ ਦੇ ਕੀਰਤਨ ਦੀ। ਕਿੰਨੇ ਜਥੇ ਕੀਰਤਨ ਕਰਦੇ ਨੇ ਸਿੰਘ ਸਾਹਿਬਾਨ। ਉੱਥੋਂ ਦਾ ਖਰਚਾ ਹੈ, ਲੰਗਰ ਦਾ ਖਰਚਾ, ਉਹ ਸਾਰਾ ਸੰਗਤ ਦੇ ਆਸਰੇ ਚੱਲਦਾ। ਪਹਿਲਾਂ ਅਬਦਾਲੀ ਢਾਉਂਦਾ ਰਿਹਾ,
ਹੁਣ ਅਬਦਾਲੀ ਦੇ ਰੂਪ ਵਿੱਚ ਇਹ ਆ ਗਏ ਵੀ ਉੱਥੇ ਮੱਥਾ ਨਾ ਟੇਕੋ। ਕਿਉਂ? ਅਬਦਾਲੀ ਖੋਹ ਕੇ ਲੈ ਜਾਂਦਾ ਸੀ, ਇਹ ਤਰੀਕੇ ਨਾਲ ਮੰਗ ਲੈਂਦੇ ਥੋੜ੍ਹਾ ਜਿਹਾ, ਵੀ ਤਰੀਕਾ ਅਪਣਾ ਲਿਆ ਨਾ, ਵੀ ਅਸੀਂ ਦੂਜਿਆਂ ਦੇ ਪੈਰਾਂ 'ਚ ਚੱਪਲਾਂ ਪਾ ਦਿਆਂਗੇ, ਅਸੀਂ ਆਹ ਦੇ ਦਿਆਂਗੇ, ਅਸੀਂ ਉਹ ਦੇ ਦਿਆਂਗੇ। ਦਾਸ ਫਿਰ ਬੇਨਤੀ ਕਰਦਾ ਹੈ, ਵਿਰੋਧਤਾ ਨਹੀਂ, ਤੁਸੀਂ ਸਮਾਜ ਦੀ ਸੇਵਾ ਕਰਨੀ ਕਰੋ, ਪਰ ਗੁਰੂ ਨਾਨਕ ਸਾਹਿਬ ਜੀ ਘਰ ਦੀ ਮਰਿਆਦਾ ਦੇ ਖਿਲਾਫ ਕਦੇ ਨਾ ਬੋਲੋ। ਤੁਸੀਂ ਜਿਨ੍ਹਾਂ ਲੋਕਾਂ ਤੋਂ ਪੈਸੇ ਲੈਣੇ ਤੁਸੀਂ ਲਾਓ, ਪਰ ਲੋਕਾਂ ਨੂੰ ਗੁੰਮਰਾਹ ਨਾ ਕਰੋ ਕਿ ਤੁਸੀਂ ਉੱਥੇ ਗੋਲਕ 'ਚ ਪੈਸੇ ਨਾ ਪਾਓ। ਸਾਧ ਸੰਗਤ ਜੀ, ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ, ਜਥਾ ਸ਼ਕਤ ਗੁਰ ਗੋਲਕ ਪਾਇਓ। ਤੁਹਾਡੀ ਜਿੰਨੀ ਸ਼ਕਤੀ ਹੈ, ਰੁਪਈਆ ਪਾਓ, 2 ਰੁਪਏ ਪਾਓ, 100 ਰੁਪਏ ਪਾਓ, ਕਰੋੜ ਰੁਪਏ ਪਾਓ, ਜਿੰਨੀ ਕੁ ਤੁਹਾਡੀ ਤਾਕਤ ਹੈ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੋਲਕ ਵਿੱਚ ਮਾਇਆ ਪਾਉਣੀ, ਆਪਣਾ ਦਸਵੰਧ ਕੱਢਣਾ ਹੈ। ਖਾਲਸੇ ਛਕਾਇਓ। ਕੜਾ ਪ੍ਰਸ਼ਾਦੀ ਦੇ ਕਰਾ ਕੇ ਗੁਰੂ ਕੇ ਖਾਲਸੇ ਨੂੰ ਛਕਾਓ। ਇਹ ਵੀ ਮਰਿਆਦਾ ਹੈ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਬਾਅਦ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਸਾਰਿਆਂ ਨੂੰ ਵਰਤਾਈ ਜਾਂਦੀ ਹੈ। ਇਹ ਹੁਕਮ ਹੋਇਆ ਕਿ ਅੰਮ੍ਰਿਤ ਵੇਲੇ ਵੀ ਦੇਗ ਛਕਾਉਣੀ ਹੈ। ਉਪਰੰਤ ਭਾਈ ਜਦੋਂ ਵੀ ਦੀਵਾਨ ਸਜਣਾ ਮੌਕਾ ਮਿਲੇ, ਗੁਰੂ ਕੇ ਖਾਲਸੇ ਨੂੰ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਛਕਾਉਣੀ ਹੈ। ਬੰਦਿਓ ਪਾਗ। 5 ਕਕਾਰਾਂ ਦਾ ਧਾਰਨੀ ਬਣਨਾ, ਕੇਸ, ਕੰਗਾ, ਕੜਾ, ਕਛਹਿਰਾ ਤੇ ਸ੍ਰੀ ਸਾਹਿਬ ਕਿਰਪਾਨ। ਇਹ 5 ਕਕਾਰ ਤੁਸੀਂ ਧਾਰਨ ਕਰਨੇ ਨੇ ਤੇ ਕੇਸਾਂ ਦੀ ਸੰਭਾਲਣਾ ਵਾਸਤੇ ਆਪਣੇ ਸੀਸ ਉੱਪਰ ਦਸਤਾਰ ਸਜਾਉਣੀ ਹੈ। ਗ੍ਰੰਥ ਬਚਨ ਪਰ ਰਹਿਓ ਲਾਗ। ਤੇ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨਾਂ ਤੇ ਤੁਸੀਂ ਲੱਗਣਾ, ਭਾਵ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੰਨਣੇ ਨੇ, ਉਹਨਾਂ ਤੋਂ ਬਿਨਾਂ ਕਿਸੇ ਨੂੰ ਨਮਸਕਾਰ ਨਹੀਂ ਕਰਨੇ। ਦੋਹਰਾ ਜੋ ਕਹਿ ਕੇ ਸ੍ਰੀ ਸਤਿਗੁਰੂ ਗਰ ਤੇਗੋ ਦੀਨੋ ਪਾਏ। ਇਹ ਬਚਨ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੇ ਤੇਗ ਸਨ, ਤੇਗੇ ਭਾਵ ਸ਼ਸਤਰ ਸਨ, ਕਿਰਪਾਨਾਂ ਸਨ, ਸ੍ਰੀ ਸਾਹਿਬ, ਉਹ 5 ਸਿੰਘਾਂ ਦੇ ਗਲ ਵਿੱਚ ਪਾ ਦਿੱਤੀਆਂ ਹਨ। ਚੱਕਰ ਸਿਰ ਪਰ ਧਰੈ ਮੁਖੋਂ ਕਾਲਜ ਪਾਏ। ਉਹਨਾਂ ਦੇ ਦਸਤਾਰਿਆਂ ਦੇ ਉੱਤੇ ਛੋਟੀਆਂ ਕਰਦਾਂ ਲਾ ਦਿੱਤੀਆਂ, ਭਾਵ ਛੋਟੀਆਂ ਕਿਰਪਾਨਾਂ। ਇਸੇ ਪ੍ਰਕਾਰ ਜਿਹੜੇ ਚੱਕਰ ਸਨ ਉਹ ਸੀਸ ਦੇ ਉੱਪਰ ਰੱਖ ਦਿੱਤੇ ਹਨ। ਪੂਰਾ ਖਾਲਸਾਈ ਜਿਹੜਾ ਬਾਣਾ ਉਹਨਾਂ ਨੂੰ ਬਖਸ਼ਿਸ਼ ਕੀਤਾ। ਮੁਖੋਂ ਅਕਾਲ ਜਪਾਏ। ਅਕਾਲ ਦਾ ਜਿਹੜਾ ਜਾਪ ਉਹਨਾਂ ਦੇ ਮੁਖ ਰਾਹੀਂ ਉਚਾਰਨ ਕੀਤਾ, ਜਪਾਉਣਾ ਕੀਤਾ ਹੈ। ਔਰ ਕਹੀ ਗੁਰਬਾਣੀ ਪੜਾਇਓ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਫਿਰ ਰਹਿਤ ਮਰਿਆਦਾ ਦੱਸੀ ਭਾਈ, ਵੀ ਗੁਰਬਾਣੀ ਪੜ੍ਹਨੀ ਆ ਤੁਸੀਂ। ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਦਾ ਜਾਪ ਸਿੱਖ ਨੇ ਕਰਨਾ, ਸ਼ਾਮ ਨੂੰ ਸੰਧਿਆ ਵਕਤ ਰਹਿਰਾਸ ਕਰਨੀ ਹੈ। ਇਸ ਤਰ੍ਹਾਂ ਗੁਰਮੁਖੋ ਜਿਹੜੀ ਰਹਿਤ ਮਰਿਆਦਾ ਗੁਰੂ ਸਾਹਿਬ ਸਾਨੂੰ ਦੱਸਣਗੇ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਇਹ ਪ੍ਰਕਰਨ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਿਚਾਰਾਂ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸੇਵਕ ਜਾਣ ਕੇ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ, ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਅੰਧਕੂਪ ਮਹਾ ਭਿਆਨ। ਨਾਨਕ ਪਾਰਿਓ ਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।